ਜਿਹੜੇ ਗਵਰਨਰ ਸਾਹਿਬ ਹੁੰਦੇ ਨੇ ਹੀ ਇਜ਼ ਦੀ ਕਸਟੋਡੀਅਨ ਆਫ ਦੀ ਸਟੇਟ ਜੀ ਤੇ ਜੇ ਕਸਟੋਡੀਅਨ ਆਫ ਦੀ ਸਟੇਟ ਕਿਤੇ ਜਾਂਦਾ ਆ ਉਹਨੂੰ ਬਾਰਡਰ ਏਰੀਆ ਦੇ ਵਿੱਚ ਕੋਈ ਸਮੱਸਿਆ ਦਿਖਦੀ ਆ ਤਾਂ ਬੀਇੰਗ ਕਿਸਾਨ ਨੇ ਲੋਕਾਂ ਨੂੰ ਇਹਦੇ ਲਈ ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਹਿੰਦੁਸਤਾਨ ਦੇ ਵਿੱਚੋਂ ਲੋਕਤੰਤਰ ਜਿਹੜਾ ਹੈਗਾ ਖਤਮ ਹੋ ਗਿਆ। ਜਿਹੜੀ ਲੋਕਾਂ ਨੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਰਕਾਰਾਂ ਚੁਣੀਆਂ ਨੇ, ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਨੇ ਚਾਹੇ ਉਹ ਸਟੇਟ ਦੀਆਂ ਸਰਕਾਰਾਂ ਨੇ, ਕੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਖਤਮ ਕਰਕੇ ਹੁਣ ਰਾਜਪਾਲ ਸਾਹਿਬ ਆਪਣੇ ਬਿਆਨ ਜਾਰੀ ਕਰਨਗੇ ਕਿ ਲੱਗੀ ਜੇ ਤੇਰੇ ਕਾਲਜੇ ਦੇ ਵਿੱਚ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਕੋਈ ਆਪੋਜੀਸ਼ਨ ਪਾਰਟੀ ਨਹੀਂ ਕਹਿ ਰਹੀ, ਇਹ ਕੋਈ ਰਾਜਨੀਤਿਕ ਲਾਭ ਲਈ ਨਹੀਂ ਕਹਿ ਰਿਹਾ। ਇਹ ਗਵਰਨਰ ਸਾਹਿਬ ਜਿਹੜੇ ਕਨਸਟੀਟਿਊਸ਼ਨਲ ਪੋਸਟ ਤੇ ਵੀ ਬੈਠੇ ਆ ਉਹ ਸਟੇਟ ਦੇ ਕਸਟੋਡੀਅਨ ਆ। ਇੱਥੇ ਐਂਟੀ ਬੀਜੇਪੀ ਸਟੇਟਸ ਦੇ ਵਿੱਚ ਦੂਜੀਆਂ ਪਾਰਟੀਆਂ ਦੀ ਸੱਤਾ ਹੈ। ਬੀਜੇਪੀ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਦਬਾਇਆ ਜਾਏ ਔਰ ਉਹਨਾਂ ਦੇ ਹੱਕਾਂ ਨੂੰ ਕੁਚਲਿਆ ਜਾਏ। ਕਿਸਾਨਾਂ ਨੇ ਇਹ ਵੀ ਕਿਹਾ ਉੱਥੇ ਕਿ ਜਿਹੜਾ ਕੁਝ ਅਸੀਂ ਤਸਕਰਾਂ ਬਾਰੇ ਪੁਲਿਸ ਨੂੰ ਦੱਸਦੇ ਆ, ਪੁਲਿਸ ਵਾਲੇ ਪਹਿਲਾਂ ਹੀ ਤਸਕਰਾਂ ਕੋਲ ਰਿਪੋਰਟ ਕਰ ਦਿੰਦੇ ਨੇ। ਇਹ ਤਾਂ ਕਿਸਾਨਾਂ ਦੀ ਆਵਾਜ਼ ਸੀ, ਉੱਥੋਂ ਦੇ ਲੋਕਾਂ ਦੀ ਆਵਾਜ਼ ਸੀ। ਫਲੋਰ ਅਕੈਡਮੀ 'ਚ ਜਿਹੜੇ ਅਧਿਕਾਰੀ ਟ੍ਰੇਨਿੰਗ ਤੇ ਜਾਂਦੇ ਨੇ, ਉਹਨਾਂ ਨੇ ਅੱਗੇ ਪੁਲਿਸ ਰਾਹੀਂ ਕੰਟਰੋਲ ਕਰਨਾ ਹੁੰਦਾ ਲਾ ਐਂਡ ਆਰਡਰ ਦਾ, ਤੇ ਉੱਥੇ ਕੁਛ ਪੈਟ ਹੋਈ ਹੋਈ ਸੀ ਨਸ਼ਿਆਂ ਦੀ, ਤੇ ਉੱਥੇ ਜਿਹੜੇ ਟ੍ਰੇਨਿੰਗ ਤੇ ਗਏ ਹੋਏ ਸੀ ਉਹ ਅੱਗੇ ਨਸ਼ਿਆਂ ਸਪਲਾਈ ਕਰਦੇ। ਕਿ ਇਹਨਾਂ ਨੇ ਸਵਾਲ ਦੇ ਜਵਾਬ 'ਚ ਸਵਾਲ ਕਰਨਾ ਹੁੰਦਾ। ਜੇ ਲੋਕੀ ਇਹਨਾਂ ਦੇ ਲਾਅ ਐਂਡ ਆਰਡਰ ਦੇ ਬਾਰੇ ਤੇ ਕੁਐਸਚਨ ਕਰਦੇ ਨੇ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਆ, ਜੇ ਲੋਕ ਨਸ਼ਿਆਂ ਬਾਰੇ ਕੁਐਸਚਨ ਕਰਦੇ ਨੇ ਤਾਂ ਤਕਲੀਫ ਹੁੰਦੀ ਆ। ਪੰਜਾਬ ਦਾ ਕਦੇ ਲਾਅ ਐਂਡ ਆਰਡਰ ਇਹਨਾਂ ਚਰਮਰਾਇਆ ਨਹੀਂ, ਇਹਨਾਂ ਵਿਗੜਿਆ ਨਹੀਂ, ਨਸ਼ਾ ਨਹੀਂ ਕਦੇ ਇਹਨਾਂ ਆਇਆ, ਕਰੰਸੀ ਨਹੀਂ ਇੰਨੀ ਕਦੇ ਆਈ ਬਾਰਡਰ ਪਾਰੋਂ, ਆਰਮਸ ਨਹੀਂ ਆਈਆਂ, ਅਸਲਾ ਨਹੀਂ ਆਇਆ, ਐਮੂਨੀਸ਼ਨ ਨਹੀਂ ਆਇਆ। ਉਹ ਕਿਉਂਕਿ ਸਰਕਾਰ ਆਪਣੀ ਜ਼ਿੰਮੇਵਾਰੀ 'ਚ ਫੇਲ ਹੋਈ ਹੈ। ਇਹ ਬਿਆਨ ਦੇ ਰਹੇ ਗਵਰਨਰ ਸਾਹਿਬ ਐਡੀ ਰਿਸਪੌਂਸਿਬਲ ਪੋਜੀਸ਼ਨ ਤੇ ਰਹੇ ਵੀ ਨਸ਼ਾ ਜਨਰਲ ਸਟੋਰਸ ਤੇ ਵਿਕ ਰਿਹਾ ਹੈ, ਜਨਰਲ ਸਟੋਰ ਤੇ, ਤਾਂ ਇਹ ਕਿੱਡੀ ਵੱਡੀ ਮਤਲਬ ਅਨਫੋਰਚੂਨੇਟ ਗੱਲ ਹੈ। ਇਹ ਜਿਹੜਾ ਸ਼ਬਦ ਹੈ ਕੋਆਪਰੇਟ, ਇਹ ਆਮ ਆਦਮੀ ਪਾਰਟੀ ਦੀ ਡਿਕਸ਼ਨਰੀ ਸ਼ਾਇਦ ਹੈ ਹੀ ਨਹੀਂ। ਨਾ ਇਹ ਗਵਰਨਰ ਸਾਹਿਬ ਨਾਲ ਕੋਆਪਰੇਟ ਕਰਦੇ ਹੈ, ਨਾ ਸੈਂਟਰ ਨਾਲ ਕਰਦੇ ਹੈ, ਨਾ ਪੰਜਾਬ ਦੇ ਲੋਕਾਂ ਨਾਲ ਕਰਦੇ ਹੈ। ਜੀ ਇਹਨਾਂ ਨੇ ਜਦੋਂ ਪੰਜਾਬ ਦੇ ਵਿੱਚ, ਜਦੋਂ ਕੇਂਦਰ ਦੇ ਵਿੱਚ ਸੱਤਾ ਰਹੀ ਹੈ, ਸਭ ਤੋਂ ਵੱਧ ਰਾਸ਼ਟਰਪਤੀ ਰਾਜ ਇਹਨਾਂ ਨੇ ਲਗਾਇਆ ਔਰ ਪੰਜਾਬ ਦੇ ਲੋਕਾਂ ਦੀ ਲੋਕਤੰਤਰੀ ਹੱਕਾਂ ਦਾ ਘਾਣ ਕੀਤਾ। ਇਹਨਾਂ ਨੇ ਲਗਾਤਾਰ, ਇਤਿਹਾਸ ਇਸ ਗੱਲ ਦਾ ਗਵਾਹ ਹੈ। ਨਸ਼ਾ ਦੁਕਾਨਾਂ ਤੇ ਵਿਕ ਰਿਹਾ ਹੈ, ਇਹਨਾਂ ਨੇ ਦੇਖਿਆ ਹਰੇਕ ਦੁਕਾਨ ਤੇ ਵਿਕ ਰਿਹਾ ਹੈ। ਫਿਰ ਆਮ ਆਦਮੀ ਪਾਰਟੀ 10 ਮਹੀਨੇ ਤੋਂ ਖੜਕੀ ਰਹੀ ਹੈ। ਬੀਜੇਪੀ ਹਮੇਸ਼ਾ ਇਹ ਚਾਹੁੰਦੀ ਹੈ ਕਿ ਰਾਜਪਾਲਾਂ ਨੂੰ ਦਬਾਓ, ਉਹਨਾਂ ਨੂੰ ਕਹੋ ਕਿ ਤੁਸੀਂ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਸਟੇਟਾਂ ਦੀਆਂ, ਉਹਨਾਂ ਨੂੰ ਦਬਾਓ, ਉਹਨਾਂ ਦਾ ਘਾਣ ਕਰੋ। ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਸੰਵਿਧਾਨ ਦੀਆਂ ਜਿਹੜੀਆਂ ਹੱਦਾਂ ਨੂੰ ਤੋੜਿਆ ਜਾਏ ਔਰ ਇੱਕ ਨਵਾਂ ਸੰਵਿਧਾਨ ਜਿਹੜਾ ਹੈਗਾ ਜਿਹੜੀ ਹੈਗੀ ਹੈ ਡਿਕਟੇਟਰਸ਼ਿਪ ਵਾਲਾ, ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 39.22 ਲੱਖ ਪਰਿਵਾਰ ਨੇ, ਤੇ ਉਹ ਪਰਿਵਾਰਾਂ ਦਾ ਕੋਈ ਬਿਰਲਾ ਪਰਿਵਾਰ ਹੀ ਹੈ ਖੁਸ਼ਕਿਸਮਤ ਹੋਵੇਗਾ ਜਿਹੜਾ ਇਸ ਨਸ਼ੇ ਦੇ ਪ੍ਰਕੋਪ ਤੋਂ ਬਚਿਆ ਹੋਇਆ ਹੋਵੇ। ਕਈ ਪਿੰਡਾਂ ਦੀ ਪਹਿਚਾਣ ਇਸ ਕਰਕੇ ਹੈ ਕਿ ਉੱਥੇ ਨਸ਼ਾ ਜ਼ਿਆਦਾ ਵਿਕਦਾ ਹੈ। ਕਈ ਪਿੰਡਾਂ ਦੀ ਪਹਿਚਾਣ ਇਸ ਕਰਕੇ ਹੈ ਕਿ ਨਸ਼ਾ ਕਰਕੇ ਉਸ ਪਿੰਡ ਦੇ ਵਿੱਚ ਵਿਧਵਾਵਾਂ ਦੀ ਗਿਣਤੀ ਜ਼ਿਆਦਾ ਹੈ। ਤੇ ਅਸੀਂ ਕਿਹੜੇ ਵਿਕਾਸ ਦੀ ਗੱਲ ਕਰੀਏ? BSF ਦੀ ਡਿਊਟੀ ਬਣਦੀ ਹੈ ਕਿ ਉਹ ਜਿਹੜੀਆਂ ਵੀ ਚੀਜ਼ਾਂ ਬਾਰਡਰ ਤੋਂ ਪਾਰ ਆਉਂਦੀਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਏ। ਇਸ ਕਰਕੇ BSF ਨੂੰ ਵੀ ਜਿਹੜਾ ਹੈਗਾ ਨਾਲ ਬਿਠਾਉਣ ਦੀ ਲੋੜ ਹੈ, ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਨਿਗਰਾਨੀ ਕਰਨ ਦੀ ਲੋੜ ਹੈ। ਇਹਨਾਂ ਦੇ ਆਪਣੇ ਆਮ ਆਦਮੀ ਪਾਰਟੀ ਦਾ ਇੱਕ ਦਿਨ ਪਹਿਲਾਂ ਜਿਹੜੇ ਹੈਗੇ ਫਾਟਕ ਜਿਹੜਾ ਹੈ, ਇੱਕ ਲੀਡਰ ਹੈ, ਉਹ ਗੋਲੀਆਂ ਨਾਲ ਫੜਿਆ ਗਿਆ, ਫਿਰ ਕੈਸ਼ ਫੜਿਆ ਗਿਆ, ਇੱਕ ਹਥਿਆਰਾਂ ਨਾਲ ਫੜਿਆ ਗਿਆ। ਇਹ ਕਿਹੜੇ ਪ੍ਰਾਂਤ ਉੱਤੇ ਗੱਲ ਕਰ ਰਹੇ ਨੇ? ਜਿਹੜਾ ਅਡਾਨੀ ਦੀ ਪੱਤਰਕਾਰ ਤੋਂ ਆ ਰਿਹਾ ਹੈ ਡਰੱਗਸ, ਉੱਤੇ ਕਦੋਂ ਠੱਲ ਪਊਗੀ, ਉਹ ਕਦੋਂ ਬੰਦ ਹੋਊਗਾ? 2-3 ਵਾਰੀ ਦੇ ਅਖਬਾਰਾਂ ਦੇ ਵਿੱਚ ਆ ਗਿਆ, ਮੀਡੀਆ 'ਚ ਆ ਗਿਆ, ਲੇਕਿਨ ਕੋਈ ਥੰਮਦਾ ਬਿਆਨ ਦੇਖੋ ਕੀ ਹੈ ਵੀ BSF ਦਾ ਬਾਰਡਰ ਤੇ ਕਬਜ਼ਾ ਹੈ। ਦੇਖੋ ਜਿਹੜੀ ਵੀ ਫੋਰਸ ਹੈ ਸਿਕਿਉਰਿਟੀ ਦੀ ਦੇਸ਼ ਦੀ, ਉਹਦੇ ਜਦੋਂ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ, ਉਹਦਾ ਰਿਗਾਰਡ ਕਰਨਾ ਚਾਹੀਦਾ, ਉਹਨਾਂ ਨੂੰ ਸਲੂਟ ਕਰਨਾ ਚਾਹੀਦਾ। ਇਹ ਫੋਰਸਿਸ ਨਹੀਂ ਪੋਲਿਟਿਕਸ ਕਰਦੀਆਂ, ਸਰਕਾਰਾਂ ਕਰਦੀਆਂ, ਪਾਰਟੀਆਂ ਕਰਦੀਆਂ। ਜੇ 10 ਮਹੀਨਿਆਂ ਦੇ ਵਿੱਚ ਇਹਨਾਂ ਤੋਂ ਨਸ਼ੇ ਦੀ ਪ੍ਰੋਬਲਮ ਟੈਕਲ ਨਹੀਂ ਹੋਈ ਤਾਂ ਮਤਲਬ ਨੀਅਤ ਨਹੀਂ ਸੀ ਟੈਕਲ ਕਰਨ ਦੀ, ਜਿਹਦੇ ਕਰਕੇ ਅੱਜ ਪੰਜਾਬ ਨਸ਼ੇ ਤੇ ਜਾ ਫਸ ਗਿਆ। ਇਹ ਸੋਲੂਸ਼ਨ ਦੀ ਗੱਲ ਨਹੀਂ ਕਰਦੇ, ਇਹ ਤਾਂ ਬਹਾਨਿਆਂ ਦੀ ਗੱਲਾਂ ਕਰਦੇ। ਤੇ
ਅੱਜ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਨਸ਼ੇ ਦੇ ਵਿੱਚ ਧੱਕਣ ਦੇ ਵਿੱਚ ਜਿੰਨੀ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ, ਉਨੀ ਭਾਰਤੀ ਜਨਤਾ ਪਾਰਟੀ ਵੀ ਜ਼ਿੰਮੇਵਾਰ ਹੈ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਦੇ ਰਾਜਪਾਲ 2 ਦਿਨ ਦਾ ਬਾਰਡਰ ਦੌਰਾ, ਇਸ ਦੌਰੇ ਦਾ ਸਭ ਤੋਂ ਵੱਡਾ ਸੁਨੇਹਾ ਗਵਰਨਰ ਨੇ ਵੱਖ-ਵੱਖ ਪੰਚਾਇਤਾਂ ਨੂੰ, ਵੱਖ-ਵੱਖ ਵਰਗਾਂ ਨੂੰ ਸੰਬੋਧਨ ਕਰਦਿਆਂ ਇੱਕ ਵੱਡੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿੱਚ ਜਿਹੜੇ ਨਸ਼ੇ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਹੇ। ਦੁਕਾਨਾਂ 'ਤੇ ਮਿਲਦੇ ਆ, ਸਕੂਲਾਂ 'ਚ ਮਿਲਦੇ ਆ ਤੇ ਵੱਡਾ ਵਰਤਾਰਾ ਹੈ। ਇਸ ਨੂੰ ਠੱਲ ਪਾਉਣ ਦੇ ਲਈ ਮੁਹਿੰਮ ਦੀ ਜ਼ਰੂਰਤ ਹੈ। ਦੂਜੇ ਪਾਸੇ ਰਾਸ਼ਟਰੀ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਕੀ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਗਵਰਨਰ ਇਸ ਤਰ੍ਹਾਂ ਲਗਾਤਾਰ ਦੌਰੇ ਕਰ ਸਕਦੇ ਆ ਸੂਬੇ ਦੇ। ਵੱਡੇ ਸਵਾਲ ਹੈ। ਇਹਨਾਂ ਮੁੱਦਿਆਂ 'ਤੇ ਰਾਏ ਵੱਖਰੋ ਵੱਖਰੀ ਹੋਣੀ ਸੁਭਾਵਿਕ ਹੈ। ਜਿਹੜੇ ਬੇਨਤੀ ਪ੍ਰਵਾਨ ਕਰਕੇ ਪੈਨਲ 'ਤੇ ਮਹਿਮਾਨ ਸਾਡੇ ਨਾਲ ਜੁੜੇ ਹੈ, ਮੈਂ ਉਹਨਾਂ ਦੀ ਜਾਣ ਪਛਾਣ ਕਰਾਉਣਾ, ਫਿਰ ਆਪਾਂ ਇਹਨਾਂ ਮੁੱਦਿਆਂ 'ਤੇ ਲੈਂਦੇ ਹਾਂ ਸਵਾਲ। ਸਾਡੇ ਨਾਲ ਡਾਕਟਰ ਭੀਮਿੰਦਰ ਆਮ ਆਦਮੀ ਪਾਰਟੀ ਦੇ ਬੁਲਾਰੇ ਜੁੜ ਚੁੱਕੇ ਹੈ। ਰਕੇਸ਼ ਨਾਰੰਗ ਜੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜੁੜ ਚੁੱਕੇ ਹੈ। ਲੰਬੇ ਸਮੇਂ ਤੋਂ, ਦਹਾਕਿਆਂ ਤੋਂ ਨਸ਼ੇ ਦੇ ਖਾਤਮੇ ਲਈ ਕੰਮ ਕਰ ਰਹੇ ਮਾਲਵਾ ਖੇਤਰ ਦੇ ਵਿੱਚ, ਪੰਜਾਬ ਦੇ ਵਿੱਚ ਮੋਹਨ ਸ਼ਰਮਾ ਜੀ। ਸਾਡੇ ਮਹਿਮਾਨਾਂ ਨੂੰ ਅਸੀਂ ਜੀ ਆਖਦੇ ਹਾਂ। ਕੁਝ ਹੋਰ ਮਹਿਮਾਨ ਵੀ ਜਲਦੀ ਸਾਡੇ ਨਾਲ ਜੁੜਨ ਵਾਲੇ ਹੈ, ਜਦੋਂ ਆਉਣਗੇ ਤਾਂ ਉਹਨਾਂ ਤੋਂ ਵੀ ਲਵਾਂਗੇ ਸਵਾਲ। ਰਕੇਸ਼ ਨਾਰੰਗ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਪੰਜਾਬ ਦੇ ਗਵਰਨਰ ਨੇ ਜਿਸ ਤਰੀਕੇ ਨਾਲ 2 ਰੋਜ਼ਾ ਦੌਰਾ ਬਾਰਡਰ ਦਾ ਕੀਤਾ ਹੈ, ਅੱਜ ਦੂਜਾ ਦਿਨ ਹੈ। ਖਾਸ ਤੌਰ 'ਤੇ ਨਸ਼ਿਆਂ ਦੇ ਮੁੱਦੇ 'ਤੇ ਜਿੱਦਾਂ ਉਹਨਾਂ ਨੇ ਲਿਆ, ਸਾਰੇ ਇਸ਼ੂ ਨੂੰ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਕਿਵੇਂ ਦੇਖਦੇ ਹੋ? ਕਿਉਂਕਿ ਦੂਜੇ ਪਾਸੇ ਸਰਕਾਰ ਦਾ ਦਾਅਵਾ ਕਿ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਪਹਿਲਾਂ ਹੀ ਚਲਾਈ ਜਾ ਰਹੀ ਹੈ ਔਰ ਸਰਕਾਰ ਪ੍ਰਤੀਬੱਧ ਹੈ ਨਸ਼ਿਆਂ ਦੇ ਖਾਤਮੇ ਦੇ ਲਈ। ਜੀ ਨਾਰੰਗ ਜੀ। ਸਿੱਧੂ ਕਹਿ ਰਿਹਾ ਕਿ ਜੋ ਸਾਹਿਬ ਹੁੰਦੇ ਨੇ ਉਹ ਕਸਟੋਡੀਅਨ ਹੁੰਦੇ ਨੇ ਸਟੇਟ। ਸਿੱਧੂ ਸਾਹਿਬ ਮੈਂ ਕਹਿ ਰਿਹਾ ਕਿ ਜਿਹੜੇ ਗਵਰਨਰ ਸਾਹਿਬ ਹੁੰਦੇ ਨੇ, ਹੀ ਇਜ਼ ਦੀ ਕਸਟੋਡੀਅਨ ਆਫ ਦੀ ਸਟੇਟ ਜੀ। ਤੇ ਜੇ ਕਸਟੋਡੀਅਨ ਆਫ ਦੀ ਸਟੇਟ ਕਿਤੇ ਜਾਂਦਾ ਆ, ਉਹਨੂੰ ਬਾਰਡਰ ਏਰੀਆ ਦੇ ਵਿੱਚ ਕੋਈ ਸਮੱਸਿਆ ਦਿਖਦੀ ਆ, ਤਾਂ ਬੀਇੰਗ ਕਿਸਾਨ ਨੇ ਲੋਕਾਂ ਨੂੰ ਇਹਦੇ ਲਈ ਮੁਹਿੰਮ ਸ਼ੁਰੂ ਕਰਨ ਲਈ ਕਿਹਾ। ਇਹਦੇ ਤੇ ਕਿਸੇ ਨੂੰ ਇਹ ਨਹੀਂ ਲੈਣਾ ਚਾਹੀਦਾ ਵੀ ਸਰਕਾਰ ਕੰਮ ਨਹੀਂ ਕਰ ਰਹੀ। ਦੇਖੋ, ਚਾਹੇ ਸਰਕਾਰ ਨਿਕੰਮੀ ਆ, ਸੱਚ ਕੁਝ ਨਹੀਂ ਕਰ, ਪਰ ਫਿਰ ਵੀ ਇਸ ਪਾਸ ਜਾਣਾ ਚਾਹੀਦਾ ਕਿ ਨਰ ਉੱਥੇ ਜਾ ਕੇ ਜੇ ਕੋਈ ਜਨ ਜਾਗਰਣ ਮਾਰਨਾ ਚਾਹ ਰਹੇ ਆ, ਲੋਕਾਂ ਨੂੰ ਜਾਗਰੂਕ, ਤਾਂ ਆਪਾਂ ਨੂੰ ਇੱਕ ਇਹਦਾ ਸਵਾਗਤ ਕਰਨਾ ਚਾਹੀਦਾ ਕਿ ਗਵਰਨਰ ਜਿਹੜੇ ਆ ਬਾਰਡਰ ਏਰੀਆ 'ਚ ਜਾ ਕੇ, ਦੇਖੋ ਉਹ ਕੋਈ ਸਰਕਾਰ ਦੀ ਉੱਥੇ ਖਾਮੀਆਂ ਗਿਣਾਉਣ ਲਈ ਨਹੀਂ ਗਏ, ਕਿਉਂਕਿ ਇਹ ਸਰਕਾਰ ਦੀ ਖਾਮੀਆਂ ਗਿਣਾਉਣ ਦੀ ਲੋੜ ਹੀ ਨਹੀਂ ਆ, ਜਨਤਾ ਨੂੰ ਪਹਿਲਾਂ ਹੀ ਪਤਾ ਆ। ਤੇ ਜੇ ਗਵਰਨਰ ਸਾਹਿਬ ਉੱਥੇ ਜਾ ਰਹੇ ਆ ਤੇ ਇਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਪੋਲੀਟੀਕਲ ਆਪਾਂ ਨੂੰ ਨਹੀਂ ਇਹਨੂੰ ਇਸ਼ੂ ਬਣਾਉਣਾ ਚਾਹੀਦਾ। ਇਹ ਕੋਈ ਆਪੋਜੀਸ਼ਨ ਪਾਰਟੀ ਨਹੀਂ ਕਹਿ ਰਹੀ, ਇਹ ਕੋਈ ਰਾਜਨੀਤਿਕ ਲਾਭ ਲਈ ਨਹੀਂ ਕਹਿ ਰਿਹਾ। ਇਹ ਗਵਰਨਰ ਸਾਹਿਬ ਜਿਹੜੇ ਕਨਸਟੀਟਿਊਸ਼ਨਲ ਪੋਸਟ ਤੇ ਵੀ ਬੈਠੇ ਆ ਔਰ ਸਟੇਟ ਦੇ ਕਸਟੋਡੀਅਨ ਆ ਜੀ, ਉਹ ਇਹ ਗੱਲ ਕਹਿ ਰਹੇ ਤੇ ਨਿਸ਼ਚਿਤ ਤੌਰ ਤੇ ਚਿੰਤਾ ਦਾ ਵਿਸ਼ੇ ਆ। ਆਪਾਂ ਨੂੰ ਸਾਰਿਆਂ ਨੂੰ ਇਸ ਮੁਹਿੰਮ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ। ਜੀ ਨਾਰੰਗ ਸਾਹਿਬ, ਤੁਸੀਂ ਬਣੇ ਰਹੋ ਸਾਡੇ ਨਾਲ, ਇਸ ਮੁੱਦੇ ਤੇ ਫੇਰ ਆਵਾਂਗੇ। ਸਾਡੇ ਨਾਲ ਡਾਕਟਰ ਭੀਮਿੰਦਰ ਜੁੜੇ ਆ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ, ਬੁੱਧੀਜੀਵ ਵਿੰਗ ਨੂੰ ਸੰਬੰਧ ਕਰਦੇ ਆ। 5 ਮਿੰਟ ਹੋਰ। ਡਾਕਟਰ ਭੀਮਿੰਦਰ, ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਨਾਰੰਗ ਜੀ ਦਾ ਕਹਿਣਾ ਹੈ ਕਿ ਸਾਨੂੰ ਤਾਂ ਸਵਾਗਤ ਕਰਨਾ ਚਾਹੀਦਾ ਗਵਰਨਰ ਦਾ। ਨਸ਼ਿਆਂ ਦੇ ਮੁੱਦੇ ਤੇ ਸਰਕਾਰ ਪਹਿਲਾਂ ਹੀ ਕੁਝ ਨਹੀਂ ਕਰ ਰਹੀ, ਨਿਕੰਮੀ ਸਰਕਾਰ ਹੈ। ਜੇ ਗਵਰਨਰ ਉੱਥੇ ਜਾ ਕੇ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਆ ਜਾਂ ਨਸ਼ਿਆਂ ਵਿਰੁੱਧ ਕੋਈ ਮੁਹਿੰਮ ਆਰਗੇਨਾਈਜ਼ ਕਰ ਰਹੇ, ਤੇ ਇਹਦੇ 'ਚ ਗਲਤ ਗੱਲ ਕੀ ਹੈ? ਡਾਕਟਰ ਭੀਮਿੰਦਰ ਜੀ। ਬਿਲਕੁਲ ਸਿੱਧੂ ਸਾਹਿਬ, ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਵੇਂ ਨਾਰੰਗ ਸਾਹਿਬ ਨੇ ਕਿਹਾ ਕਿ ਰਾਜਪਾਲ ਜੀ ਸਾਡੇ ਸਟੇਟ ਦੇ ਕਸਟੋਡੀਅਨ ਨੇ, ਇਸੇ ਤਰ੍ਹਾਂ ਸਾਡੇ ਰਾਸ਼ਟਰਪਤੀ ਜਿਹੜੇ ਨੇ ਉਹ ਸਾਡੇ ਮੁਲਕ ਦੇ ਕਸਟੋਡੀਅਨ ਨੇ। ਉਹੀ ਸੇਮ ਰੁਤਬਾ ਰਾਸ਼ਟਰਪਤੀ ਦਾ ਹੁੰਦਾ ਹੈ। ਜੇ ਕੱਲ ਨੂੰ ਰਾਸ਼ਟਰਪਤੀ ਜੀ ਚੀਨ ਦੇ ਬਾਰਡਰ ਤੇ ਜਾਣ ਔਰ ਉੱਥੇ ਜਾ ਕੇ ਕਹਿਣਗੇ ਚੀਨ ਨੇ ਸੈਂਕੜੇ ਕਿਲੋਮੀਟਰ ਭਾਰਤ ਦੇ ਖੇਤਰ ਦੇ ਉੱਤੇ ਕਬਜ਼ੇ ਕੀਤੇ ਹੋਏ ਨੇ, ਸਾਨੂੰ ਮੁਹਿੰਮ ਛੇੜਨੀ ਚਾਹੀਦੀ ਹੈ, ਤਾਂ ਇਦਾਂ ਦੇ ਜਦੋਂ ਪੋਲੀਟੀਕਲ ਉਹ ਕੋਈ ਬਿਆਨ ਦੇਣਗੇ ਤਾਂ ਲੋਕ ਕੀ ਕਹਿਣਗੇ? ਇਹਦਾ ਮਤਲਬ ਹੈ ਕਿ ਹਿੰਦੁਸਤਾਨ ਦੇ ਵਿੱਚੋਂ ਲੋਕਤੰਤਰ ਜਿਹੜਾ ਹੈਗਾ ਖਤਮ ਹੋ ਗਿਆ। ਜਿਹੜੀ ਲੋਕਾਂ ਨੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਰਕਾਰਾਂ ਚੁਣੀਆਂ ਨੇ, ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਨੇ, ਚਾਹੇ ਉਹ ਸਟੇਟ ਦੀਆਂ ਸਰਕਾਰਾਂ ਨੇ, ਕੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਖਤਮ ਕਰਕੇ ਹੁਣ ਰਾਜਪਾਲ ਸਾਹਿਬ ਆਪਣੇ ਬਿਆਨ ਜਾਰੀ ਕਰਨਗੇ? ਇਹਦਾ ਮਤਲਬ ਹੈ ਕਿ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਦਿਨੋਂ ਦਿਨ ਬੀਜੇਪੀ ਲਗਾਤਾਰ, ਇਹ ਨਹੀਂ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਹੀ ਜਿੱਥੇ ਐਂਟੀ
ਬੀਜੇਪੀ ਸਟੇਟਸ ਦੇ ਵਿੱਚ ਦੂਜੀਆਂ ਪਾਰਟੀਆਂ ਦੀ ਸੱਤਾ ਹੈ, ਬੀਜੇਪੀ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਦਬਾਇਆ ਜਾਏ ਔਰ ਉਹਨਾਂ ਦੇ ਹੱਕਾਂ ਨੂੰ ਕੁਚਲਿਆ ਜਾਏ ਔਰ ਲੋਕਤੰਤਰ ਦਾ ਘਾਣ ਕੀਤਾ ਜਾਏ। ਜੀ ਇਹੀ ਕੰਮ ਪੰਜਾਬ ਦੇ ਵਿੱਚ ਰਾਜਪਾਲ ਜੀ ਕਰ ਰਹੇ ਨੇ ਸਿੱਧੂ ਸਾਹਿਬ। ਡਾਕਟਰ ਭੀਮਿੰਦਰ, ਮੈਂ ਫੇਰ ਆਵਾਂਗੇ ਇਸ ਮੁੱਦੇ ਤੇ। ਆਪਾਂ ਬਾਕੀ ਮਹਿਮਾਨ ਸਾਡੇ ਨਾਲ, ਉਹਨਾਂ ਦੀ ਵੀ ਆਪਾਂ ਇਸ ਮੁੱਦੇ ਤੇ ਓਪੀਨੀਅਨ ਜਿਹੜੀ ਹੈਗੀ ਰਾਏ ਲੈ ਲਈਏ। ਮੋਹਨ ਸ਼ਰਮਾ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਜੀ ਆ ਰਹੀ ਹੈ ਜੀ ਆਵਾਜ਼। ਮੋਹਨ ਸ਼ਰਮਾ ਜੀ, ਗਵਰਨਰ ਦਾ ਜਿਹੜਾ ਬਾਰਡਰ ਦਾ ਦੌਰਾ, ਸਿੱਧੇ ਤੌਰ ਤੇ ਨਸ਼ਿਆਂ ਦੇ ਮੁੱਦੇ ਤੇ ਉਹਨਾਂ ਨੇ ਸਵਾਲ ਕੀਤਾ। ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਨਾਲ ਨਸ਼ਿਆਂ ਦਾ ਪ੍ਰਕੋਪ ਹੈ। ਉਹਨਾਂ ਨੇ ਗੱਲ ਕੀਤੀ ਦੁਕਾਨਾਂ ਤੇ ਵਿਕਦੇ ਹੈ, ਸਕੂਲਾਂ 'ਚ ਵਿਕਦੇ ਹੈ, ਪਰ ਕਿਤੇ ਇਸ ਦੌਰੇ ਨੂੰ ਜਿਹੜਾ ਹੈਗਾ ਰਾਜਸੀ ਰੰਗਤ ਵੀ ਦਿੱਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਸਾਰੇ ਮਾਮਲੇ ਤੇ ਮੋਹਨ ਸ਼ਰਮਾ ਜੀ? ਦੇਖੋ ਸਿੱਧੂ ਸਾਹਿਬ ਜੀ, ਪੰਜਾਬ ਦੇ ਗਵਰਨਰ ਸ੍ਰੀ ਬਣਵਾਰੀ ਲਾਲ ਪ੍ਰੋਹਤ ਜੀ ਜਿਹੜੇ ਸਰਹੱਦੀ 6 ਜ਼ਿਲ੍ਹਿਆਂ ਦੇ ਸਰਹੱਦੀ ਦੌਰੇ ਤੇ ਗਏ ਹੋਏ ਨੇ, ਜਿਹੜਾ ਉਹਨਾਂ ਦਾ ਬਿਆਨ ਆਇਆ ਹੈ, ਪਹਿਲਾਂ ਤਾਂ ਗੱਲ ਸਾਨੂੰ ਸਾਹਮਣੇ ਹੋਣੀ ਚਾਹੀਦੀ ਹੈ ਕਿ ਜੇ ਉਹਨਾਂ ਨੇ ਸਿਆਸੀ ਤੌਰ ਤੇ ਇਹੋ ਜਿਹਾ ਬਿਆਨ ਦੇਣਾ ਹੁੰਦਾ ਤਾਂ ਉਹ ਗਵਰਨਰ ਹਾਊਸ ਤੋਂ ਹੀ ਦੇ ਸਕਦੇ ਸੀ। ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਉਹ ਲੋਕਾਂ ਨਾਲ, ਉਸ ਏਰੀਏ ਦੇ ਸਰਪੰਚਾਂ ਨਾਲ ਮੁਲਾਕਾਤ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੀ ਆਵਾਜ਼ ਉਠਾਈ ਹੈ, ਲੋਕਾਂ ਨੂੰ, ਪ੍ਰਤੀਨਿਧੀ ਨੂੰ, ਪ੍ਰੈਸ ਵਾਲਿਆਂ ਨੂੰ ਦੱਸਿਆ ਹੈ ਜਾਂ ਆਪਣਾ ਪ੍ਰੈਸ ਵਿੱਚ ਐਡਰੈਸ ਕੀਤਾ ਹੈ, ਉਹ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਆਵਾਜ਼ ਹੈ, ਜਿਹੜਾ ਕੁਝ ਕਿਸਾਨਾਂ ਨੇ ਕਿਹਾ, ਕਿਸਾਨਾਂ ਨੇ ਇਹ ਵੀ ਕਿਹਾ ਉੱਥੇ ਕਿ ਜਿਹੜਾ ਕੁਝ ਅਸੀਂ ਤਸਕਰਾਂ ਬਾਰੇ ਪੁਲਿਸ ਨੂੰ ਦੱਸਦੇ ਹਾਂ, ਪੁਲਿਸ ਵਾਲੇ ਪਹਿਲਾਂ ਹੀ ਤਸਕਰਾਂ ਕੋਲ ਰਿਪੋਰਟ ਕਰ ਦਿੰਦੇ ਨੇ। ਇਹ ਤਾਂ ਕਿਸਾਨਾਂ ਦੀ ਆਵਾਜ਼ ਸੀ, ਉੱਥੋਂ ਦੇ ਲੋਕਾਂ ਦੀ ਆਵਾਜ਼ ਸੀ। ਦੂਜਾ, ਲੋਕਾਂ ਦੇ ਸਾਹਮਣੇ ਲੋਕਾਂ ਦੀ ਗੱਲਾਂ 'ਚ ਆਇਆ ਤੇ ਉੱਥੋਂ ਦੇ ਜਿਹੜੇ ਬੱਚੇ ਨੇ, ਸਕੂਲੀ ਬੱਚੇ ਨੇ ਜਿਹੜੇ, ਉਹ ਵੀ ਨਸ਼ੇ ਦੀ ਗਿਰਫਤ 'ਚ ਆ ਗਏ ਨੇ। ਤੀਜਾ ਇਹ ਵੀ ਆਇਆ ਹੈ ਕਿ ਸਕੂਲੀ ਬੱਚਿਆਂ ਨੂੰ ਪਾਂਡੀ ਵੀ ਬਣਾਇਆ ਗਿਆ ਹੈ, ਉਹ ਅੱਗੇ ਨਸ਼ੇ ਦੀ ਸਪਲਾਈ ਕਰਦੇ ਨੇ। ਇਹ ਤਾਂ ਲੋਕਾਂ ਦੀ ਆਵਾਜ਼ ਸੀ ਜਿਹੜੀ ਅੱਗੇ ਇਸ ਗਵਰਨਰ ਦੇ ਰਾਹੀਂ ਸਾਹਮਣੇ ਆ ਗਈ ਹੈ। ਤੇ ਜਿਹੜੀ ਇਹ ਗੱਲ ਉਹਨਾਂ ਨੇ ਕਹੀ ਹੈ, ਨਾਲ ਇਹ ਵੀ ਕਿਹਾ ਕਿ ਪੁਲਿਸ ਦੀ ਮਿਲੀ ਭੁਗਤ ਵੀ ਨਾਲ ਆ ਜਾਂਦੀ ਹੈ। ਜਦੋਂ ਪੁਲਿਸ ਦੀ ਮਿਲੀ ਭੁਗਤ ਆਪਾਂ ਚਾਰੇ ਗੱਲਾਂ ਨੂੰ ਲੈ ਲਈਏ ਤਾਂ ਜਿਹੜੀ ਅੱਜ ਦੀ ਇਹ ਮੇਨ ਸੁਰਖੀ ਹੈ, ਕੱਲ ਮੁਲਾਕਾਤ ਹੋਈ ਹੈ ਤੇ ਕੱਲ ਹੀ ਫਿਰੋਜ਼ਪੁਰ ਦੇ ਵਿੱਚ ਹੀ ਤਾਜ਼ੀ ਘਟਨਾ ਮੈਂ ਦੱਸ ਰਿਹਾ ਕਿ ਫਿਰੋਜ਼ਪੁਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਜਿਹੜਾ ਜੇਲ੍ਹ ਵਾਰਡਨ ਹੈ, ਉਹੀ ਪੁਲਿਸ ਸਪਲਾਈ, ਉਹੀ ਨਸ਼ਾ ਸਪਲਾਈ ਕਰਦਾ ਜੇਲ੍ਹ ਦੇ ਵਿੱਚ ਫੜਿਆ ਗਿਆ ਹੈ। ਉਹਦਾ ਪੁੱਤ ਜਲਾਲਾਬਾਦ ਤੋਂ ਨਸ਼ਾ ਲੈ ਕੇ ਆਉਂਦਾ ਸੀ, 2 ਸਾਥੀ ਹੋਰ ਸੀ ਤੇ ਉਹ ਅੱਗੇ ਵਰਦੀ ਦੀ ਆੜ ਵਿੱਚ ਉਹ ਅੱਗੇ ਨਸ਼ਾ ਸਪਲਾਈ ਕਰਦਾ ਸੀ ਕੈਦੀਆਂ ਨੂੰ। ਤੇ ਨਾਲ ਉਹਨਾਂ ਨੇ ਕੈਦੀ ਨੇ ਜਿਹੜੇ, ਉਹਨਾਂ ਨੂੰ ਮੋਬਾਈਲ ਵਗੈਰਾ ਸਪਲਾਈ ਹੁੰਦੇ ਸੀ, ਉਹ ਬਾਹਰ ਵੀ ਸਪਲਾਈ ਚੱਲਦੀ ਸੀ। ਇਸ ਤਰੀਕੇ ਨਾਲ ਨੈਟ ਬਣਿਆ ਹੋਇਆ ਸੀ। ਜੇ ਹੁਣ ਇਹ ਗੱਲ ਕਹੀ ਹੈ ਤਾਂ ਸਾਹਮਣੇ ਸਾਡੇ ਤਸਦੀਕ ਵੀ ਤਾਂ ਹੋ ਰਹੀ ਹੈ। ਇਸ ਤੋਂ ਪਹਿਲਾਂ 4 ਮਹੀਨੇ ਪਹਿਲਾਂ ਫਲੋਰ ਅਕੈਡਮੀ ਦੇ ਵਿੱਚ ਸਭ ਨੂੰ ਪਤਾ ਹੈ ਕਿ ਫਲੋਰ ਅਕੈਡਮੀ 'ਚ ਜਿਹੜੇ ਅਧਿਕਾਰੀ ਟ੍ਰੇਨਿੰਗ ਤੇ ਜਾਂਦੇ ਨੇ, ਉਹਨਾਂ ਨੇ ਅੱਗੇ ਪੁਲਿਸ ਰਾਹੀਂ ਕੰਟਰੋਲ ਕਰਨਾ ਹੁੰਦਾ ਲਾ ਐਂਡ ਆਰਡਰ ਦਾ, ਤੇ ਉੱਥੇ ਘੁਸਪੈਠ ਹੋਈ ਸੀ ਨਸ਼ਿਆਂ ਦੀ, ਤੇ ਉੱਥੇ ਜਿਹੜੇ ਟ੍ਰੇਨਿੰਗ ਤੇ ਗਏ ਹੋਏ ਸੀ ਉਹ ਅੱਗੇ ਨਸ਼ਾ ਸਪਲਾਈ ਕਰਦੇ। ਤੇ ਜਿਹੜਾ ਕੁਛ ਇਹ ਹੋਇਆ ਹੈ, ਮੈਂ ਇਹ ਗੱਲ ਸਮਝਾਂਗਾ ਜੇ ਗਵਰਨਰ ਨੇ ਕਿਹਾ, ਪੁਲਿਸ ਨੂੰ ਝੂਠਾ ਵੀ ਦਿੱਤਾ ਹੈ ਤੇ ਡੀਜੀਪੀ ਨੇ ਜਵਾਬ ਵੀ ਦਿੱਤਾ ਹੈ ਕਿ ਅਸੀਂ ਉਹਨਾਂ ਪੁਲਿਸ ਦੇ ਕੁਛ ਜਿਹੜੇ ਕਰਮਚਾਰੀ ਨੇ 133 ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰ ਰਹੇ ਹਾਂ ਕਿ 133 ਤੇ ਕਾਰਵਾਈ ਕੀਤੀ ਹੈ, 200 ਸਾਡੇ ਤੇ ਕਾਰਵਾਈ ਚੱਲ ਰਹੀ ਹੈ। ਹੁਣ ਜੇ ਗਵਰਨਰ ਨੇ ਜਿਹੜਾ ਕੁਝ ਕਿਹਾ ਉਹ ਤਾਂ ਸਾਹਮਣੇ ਤਸਦੀਕ ਹੋ ਗਈ ਹੈ। ਗਵਰਨਰ ਦੇ ਸ਼ਬਦਾਂ 'ਚ, ਅਸਲੀ ਸ਼ਬਦਾਂ 'ਚ ਮੈਂ ਕਹਾਂਗਾ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਸੀ ਜਿਹੜੀਆਂ ਉਹਨਾਂ ਨੇ ਇਸ ਤਰੀਕੇ ਨਾਲ ਕਹੀਆਂ। ਉਹਨਾਂ ਦੀ ਡੀਜੀਪੀ ਦੀ ਮੌਜੂਦਗੀ 'ਚ, ਚੀਫ ਸੈਕਟਰੀ ਦੀ ਮੌਜੂਦਗੀ 'ਚ, ਬਾਕੀ ਅਧਿਕਾਰੀਆਂ ਦੀ ਮੌਜੂਦਗੀ 'ਚ ਇੱਕ ਕਿਸਮ ਦਾ ਸਰਕਾਰ ਨੂੰ ਝੂਠਾ ਦਿੱਤਾ ਹੈ कि तू इधर उधर की बात ना कर, ये बता के काफिला क्यों लुटा। जी जी बिल्कुल, राजनों से गर्द नहीं, तेरी रहबरी का सवाल है। बिल्कुल शर्मा जी, फिर आवांगे इस मुद्दे ते बने रहो साडे नाल। जिहड़ा नारंग जी इस मामले ते आपां चर्चा कर रहे हैं, गवर्नर दे दौरे की गल करते हैं, तो उहदे बारे डॉक्टर भीमइंਦਰ उन्हां दा कहना कि इस तरह का कल नूं जिहड़ा मुल्क के राष्ट्रपति है वो बार्डर ते लेह लद्दाख जाणगे ते कहणगे भी चीन वालों इन्ने एकड़ जां इन्नी किलोमीटर एरिया दबा लिया गया है और जिहड़ा सरकार की नलैकी है। फिर इहदा तां कोई चुनियां हुई जिहड़ियां इलैक्टेड सरकारां हैं उन्हां दी कोई भूमिका रहेगी कि नहीं रहेगी जे गवर्नर जां राष्ट्रपति जाके उन्हां दे पैरां 'च जाके पैर रखण लगणगे। जी नारंग साहब। सिद्धू साहब, ऐसा है कि आम आदमी पार्टी की एक समस्या है, ये समस्या भीमइंਦਰ जी की नहीं है, आम आदमी पार्टी की है कि इन्होंने सवाल के जवाब च सवाल करना हुंदा।
ਜੇ ਲੋਕੀ ਇਹਨਾਂ ਦੇ ਲਾਅ ਐਂਡ ਆਰਡਰ ਦੇ ਬਾਰੇ ਇੱਥੇ ਕੁਐਸਚਨ ਕਰਦੇ ਨੇ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਆ, ਜੇ ਲੋਕ ਨਸ਼ਿਆਂ ਬਾਰੇ ਕੁਐਸਚਨ ਕਰਦੇ ਨੇ ਤਾਂ ਤਕਲੀਫ ਹੁੰਦੀ ਆ। ਗੱਲ ਇਹ ਆ ਸਿੱਧੂ ਸਾਹਿਬ ਕਿ ਕੋਈ ਇਹਨਾਂ ਦੇ ਕੋਲ ਐਵੀਡੈਂਸ ਨਹੀਂ ਆ। ਮੈਂ ਕਹਿੰਦਾ ਚਲੋ ਮੈਂ ਇਹਨਾਂ ਦੀ ਗੱਲ ਤੇ ਅੱਗੇ ਚੱਲਦਾ, ਜੇ ਰਾਸ਼ਟਰਪਤੀ ਜੀ ਉੱਥੇ ਜਾਣਗੇ, ਜੇ ਉਹ ਉੱਥੇ ਕੁਝ ਦੇਖਣਗੇ ਤੇ ਜੋ ਕੋਈ ਸਟੇਟਮੈਂਟ ਦੇਣਗੇ, ਮੈਂ ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਹੋਣ ਦੇ ਨਾਤੇ ਉਹਦਾ ਸਵਾਗਤ ਕਰੂੰਗਾ। ਪਰ ਇੱਥੇ ਜ਼ਿੰਮੇਵਾਰੀ ਇਹਨਾਂ ਦੀ ਆ, ਇਹ ਦੇਖਣ ਕਿ ਉਹ ਉੱਥੇ ਇਹਨਾਂ ਦਾ ਕਾਫਲਾ ਲੁੱਟ ਗਿਆ। ਜਿਹੜੇ ਨਸ਼ੇ ਦਾ ਖਾਤਮਾ ਕਰਨ ਲਈ ਆਏ ਸੀ, ਇਹਨਾਂ ਦੀ ਐਸੀ ਕਾਰਗੁਜ਼ਾਰੀ ਆ ਕਿ ਕਰਿਆਨੇ ਦਾ ਨਸ਼ਾ ਵਿਕ ਰਿਹਾ। ਤੇ ਹੁਣ ਭੀਮਿੰਦਰ ਜੀ ਆਪਣੀ ਸਫਾਈ ਦੇਣ ਦੀ ਬਜਾਏ, ਦੇਖੋ ਲਾਅ ਐਂਡ ਆਰਡਰ ਤੇ ਖੜਿਆਲ ਸਾਹਿਬ ਵੀ ਜੁੜ ਗਏ ਨੇ ਨਾਲ, ਕਿ ਆਪਾਂ ਨੂੰ ਸਾਲ ਤੋਂ ਆਪਾਂ ਇਹਨਾਂ ਤੇ ਚਰਚਾ ਕਰ ਰਹੇ ਹਾਂ ਕਿ ਲਾਅ ਐਂਡ ਆਰਡਰ ਇਹਨਾਂ ਦੇ ਬਸ ਇਹ ਨਹੀਂ ਕਰ ਸਕਦੇ। ਭਗਵੰਤ ਮਾਨ ਸਾਹਿਬ ਸਿਰਫ ਆਪਣੀ ਫੋਟੋ ਤੋਂ ਇਲਾਵਾ ਹੋਰ ਕੁਝ ਨਹੀਂ ਕੰਮ ਕਰ ਰਹੇ। ਆਪਾਂ ਮੁਹੱਲਾ ਕਲੀਨਿਕਾਂ ਤੇ ਦੇਖਿਆ, ਇੱਕ ਫੋਟੋ ਚਮਕਾਉਣ ਦਾ, ਇੱਕ ਬ੍ਰਾਂਡ ਕਰਨ ਦਾ, ਇੱਕ ਉਹ ਦਿੱਲੀ ਵਾਲੇ ਬ੍ਰਾਂਡਿੰਗ ਦੀ ਜਿਹਨੂੰ ਆਦਤ ਹੈ ਕੇਜਰੀਵਾਲ ਸਾਹਿਬ ਇਹਨਾਂ ਦਾ ਵੱਡਾ ਜਿਹੜਾ ਬੌਸ ਆ। ਉਧਰ ਫੋਟੋ ਸੈਸ਼ਨ ਵਾਲਾ ਆਪਣਾ ਡਿਬੇਟ ਉਧਰ ਨੂੰ ਤਿਲਕ ਦੇ। ਮੈਂ ਫੇਰ ਆਵਾਂਗਾ ਨਾਰੰਗ ਸਾਹਿਬ ਇਸੇ ਮੁੱਦੇ ਤੇ ਸਾਡੇ ਨਾਲ ਹਰਸ਼ਪ੍ਰੀਤ ਖੜਿਆਲ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਜਿੱਦਾਂ ਤੁਸੀਂ ਕਹਿ ਰਹੇ ਹੋ ਜੁੜੇ, ਆਪਾਂ ਉਹਨਾਂ ਨੂੰ ਵੀ ਵੈਲਕਮ ਕਰਦੇ ਹਾਂ। ਖੜਿਆਲ ਸਾਹਿਬ, ਵੱਡਾ ਮੁੱਦਾ ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦੇ ਗਵਰਨਰ ਨੇ ਬਾਰਡਰ ਜਿਹੜੇ ਜ਼ਿਲ੍ਹੇ ਆ ਉਹਨਾਂ ਦਾ 2 ਦਿਨ ਦਾ ਦੌਰਾ ਕੀਤਾ ਹੈ, ਦੂਜਾ ਦਿਨ ਹੈ, ਔਰ ਸਵਾਲ ਉਠਾਇਆ ਨਸ਼ਿਆਂ ਦੇ ਮੁੱਦਿਆਂ ਤੇ। ਪਰ ਨਾਲ ਹੀ ਇਹਨੂੰ ਪੋਲੀਟੀਕਲ ਐਂਗਲ ਤੋਂ ਵੀ ਦੇਖਿਆ ਜਾ ਰਿਹਾ ਕਿ ਜੇ ਚੁਣੀਆਂ ਵੀਆਂ ਸਰਕਾਰਾਂ ਦੀ ਤਾਂ ਗਵਰਨਰ ਜਾ ਕੇ ਪੰਚਾਂ, ਸਰਪੰਚਾਂ, ਅਧਿਕਾਰੀਆਂ ਨਾਲ ਮੁਲਾਕਾਤਾਂ ਕਰਨਗੇ ਤਾਂ ਫਿਰ ਚੁਣੀਆਂ ਵੀ ਸਰਕਾਰਾਂ ਦੀ ਕੀ ਭੂਮਿਕਾ ਰਹੇਗੀ। ਦੋਨੇ ਮੁੱਦੇ ਹੈ, ਇਹਨਾਂ ਮਾਮਲਿਆਂ ਨੂੰ ਲੈ ਕੇ ਕੀ ਕਹੋਗੇ ਖੜਿਆਲ ਜੀ? ਪਹਿਲਾਂ ਤਾਂ ਸਿੱਧੂ ਸਾਹਿਬ, ਜਿਹੜੀ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਅਨਪ੍ਰੈਸੀਡੈਂਟਡ ਟਾਈਮਸ ਕਾਲ ਫॉर ਅਨਪ੍ਰੈਸੀਡੈਂਟਡ ਐਕਸ਼ਨਸ। ਅਨਪ੍ਰੈਸੀਡੈਂਟਡ ਹੁੰਦਾ ਜੋ ਪਹਿਲਾਂ ਨਾ ਦੇਖਿਆ ਹੋਵੇ ਨਾ ਸੁਣਿਆ ਹੋਵੇ, ਤੇ ਜਿਹੜੇ ਪੰਜਾਬ ਦੇ ਸਿੱਧੂ ਸਾਹਿਬ ਹਾਲਾਤ ਨੇ ਉਹ ਅਨਪ੍ਰੈਸੀਡੈਂਟਡ ਨੇ। ਪੰਜਾਬ ਦਾ ਕਦੇ ਲਾਅ ਐਂਡ ਆਰਡਰ ਇੰਨਾ ਚਰਮਰਾਇਆ ਨਹੀਂ, ਇੰਨਾ ਵਿਗੜਿਆ ਨਹੀਂ, ਨਸ਼ਾ ਨਹੀਂ ਕਦੇ ਇੰਨਾ ਆਇਆ, ਕਰੰਸੀ ਨਹੀਂ ਇੰਨੀ ਕਦੇ ਆਈ ਬਾਰਡਰ ਪਾਰੋਂ, ਆਰਮਸ ਨਹੀਂ ਆਈਆਂ, ਅਸਲਾ ਨਹੀਂ ਆਇਆ, ਐਮੂਨੀਸ਼ਨ ਨਹੀਂ ਆਇਆ। ਉਹ ਕਿਉਂਕਿ ਸਰਕਾਰ ਆਪਣੀ ਜ਼ਿੰਮੇਵਾਰੀ 'ਚ ਫੇਲ ਹੋਈ ਹੈ ਕੰਪਲੀਟ ਤਰੀਕੇ ਨਾਲ, ਤਾਂ ਕਰਕੇ ਗਵਰਨਰ ਸਾਹਿਬ ਨੂੰ ਉੱਥੇ ਜਾਣਾ ਪਿਆ। ਇਹ 'ਚ ਕੋਈ ਡਾਊਟ ਨਹੀਂ ਹੈ ਕਿ ਗਵਰਨਰ ਸਾਹਿਬ ਦੀ ਪ੍ਰਾਈਮ ਡਿਊਟੀ ਨਹੀਂ ਹੈ ਉੱਥੇ ਜਾਣਾ, ਲੇਕਿਨ ਕਿਉਂਕਿ ਸਰਕਾਰ ਕੁਝ ਨਹੀਂ ਕਰ ਰਹੀ ਤਾਂ ਗਵਰਨਰ ਸਾਹਿਬ ਨੂੰ ਮਜਬੂਰਨ ਜਾਣਾ ਪੈਂਦਾ ਹੈ। ਤੇ ਅੱਛੀ ਗੱਲ ਇਹ ਹੈ ਸਿੱਧੂ ਸਾਹਿਬ ਕਿ ਮਜਬੂਰਨ ਹੀ ਸਹੀ ਸਰਕਾਰ ਨੂੰ ਉਸ ਚੀਜ਼ ਕਰਕੇ ਕੰਮ ਤਾਂ ਕਰਨਾ ਪਿਆ। ਉਦਾਹਰਨ ਦੇ ਤੌਰ ਤੇ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਸੀ ਬਾਰਡਰ ਏਰੀਆਜ਼ ਦੇ ਨੇੜੇ, ਉਹ ਸਰਕਾਰ ਨੂੰ ਬੰਦ ਕਰਨੀ ਪਈ, ਬੈਨ ਲਾਉਣਾ ਪਿਆ ਉੱਤੇ, ਤੇ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਇਹਨਾਂ ਨੇ। ਉਹ ਤਾਂ ਦੇ ਸਕੇ, ਇਹ ਐਕਸ਼ਨ ਤਾਂ ਸੰਭਵ ਹੋ ਸਕਿਆ ਕਿਉਂਕਿ ਗਵਰਨਰ ਸਾਹਿਬ ਦੇ 3 ਫੇਰੇ ਹੋ ਗਏ ਹੈ 10 ਮਹੀਨਿਆਂ ਦੇ ਵਿੱਚ, ਮਹਿਜ਼ 10 ਮਹੀਨਿਆਂ ਦੇ ਵਿੱਚ। ਪਹਿਲਾਂ ਕਿਸੇ ਸੂਬੇ 'ਚ ਨਾ ਇਹ ਦੇਖਿਆ ਨਾ ਕਦੇ ਸੁਣਿਆ, ਕਿਉਂਕਿ ਸਾਰੀਆਂ ਸਰਕਾਰਾਂ ਆਪਦਾ ਕੰਮ ਕਰਦੀਆਂ। ਤੇ ਸਿੱਧੂ ਸਾਹਿਬ, ਪੰਜਾਬ ਦੇ ਲੋਕ ਇਹ ਦੇਖ ਰਹੇ ਹੈ ਕਿ ਆਮ ਆਦਮੀ, ਜੇ ਗਵਰਨਰ ਸਾਹਿਬ ਜਾ ਕੇ ਦੇਖ ਸਕਦੇ ਹੈ ਤੇ ਇਹ ਬਿਆਨ ਦੇ ਰਹੇ ਆ, ਗਵਰਨਰ ਸਾਹਿਬ ਐਡੀ ਰਿਸਪੌਂਸਿਬਲ ਪੋਜੀਸ਼ਨ ਤੇ ਨੇ ਵੀ ਨਸ਼ਾ ਜਨਰਲ ਸਟੋਰਸ ਤੇ ਵਿਕ ਰਿਹਾ ਹੈ, ਜਨਰਲ ਸਟੋਰ ਤੇ, ਤਾਂ ਇਹ ਕਿੱਡੀ ਵੱਡੀ ਮਤਲਬ ਅਨਫੋਰਚੂਨੇਟ ਗੱਲ ਹੈ, ਕਿੰਨੀ ਮੰਦਭਾਗੀ ਗੱਲ ਹੈ ਵੀ ਸਾਡੀ ਸਰਕਾਰ ਜੇ ਗਵਰਨਰ ਦੇਖ ਸਕਦੇ ਹੈ ਤੇ ਸਰਕਾਰ ਵੀ ਦੇਖ ਸਕਦੀ ਹੈ, ਤੇ ਦੇਖ ਕੇ ਨਜ਼ਰਅੰਦਾਜ਼ ਕਰ ਰਹੇ ਹੈ, ਦੇਖ ਕੇ ਕਰ ਕੁਝ ਨਹੀਂ ਰਹੇ ਇਹਦੇ ਬਾਰੇ, ਤਾਂ ਕਰਕੇ ਗਵਰਨਰ ਸਾਹਿਬ ਗਏ। ਤੇ ਦੂਜਾ ਉਦਾਹਰਨ ਸਿੱਧੂ ਸਾਹਿਬ ਤੁਸੀਂ ਦੇਖੋ ਸਿੱਧੂ ਸਾਹਿਬ ਕਿ ਚੈਕਸ ਐਂਡ ਬੈਲੈਂਸਸ ਜਿਹੜੇ ਹੈ ਬੜੇ ਜ਼ਰੂਰੀ ਹੈ। ਜਦੋਂ ਗਵਰਨਰ ਸਾਹਿਬ ਉੱਥੇ ਗਏ ਪਿਛਲੀ ਵਾਰੀ, ਤੇ ਐਤਕੀ ਨਾ ਸਰਕਾਰ ਨੇ ਤੇ ਚੀਫ ਸੈਕਟਰੀ ਸਾਹਿਬ ਨੇ ਮੀਟਿੰਗ ਕੀਤੀ ਉਹ ਬਾਰਡਰ ਏਰੀਆ ਦੇ ਅਫਸਰਾਂ ਨਾਲ, ਤੇ ਉਹਨਾਂ ਤੋਂ ਇਹ ਚੀਜ਼ ਦੀ ਜਾਣਕਾਰੀ ਲਈ ਵੀ ਜਿਹੜੀ ਚੀਜ਼ਾਂ ਗਵਰਨਰ ਸਾਹਿਬ ਪਹਿਲਾਂ ਕਹਿ ਕੇ ਗਏ ਸੀ ਉਹਨਾਂ ਤੇ ਕੀ ਐਕਸ਼ਨ ਹੋਇਆ, ਨਹੀਂ ਹੋਇਆ, ਕਿੰਨਾ ਹੋਇਆ, ਤੇ ਉਹਦੇ ਕਰਕੇ ਸੀ ਮਾੜਾ ਮੋਟਾ ਕੰਮ ਤਾਂ ਕੀਤਾ ਇਹਨਾਂ ਨੇ। ਸੋ ਸਰਕਾਰ ਜੇ ਚਾਹੁੰਦੀ ਹੈ ਗਵਰਨਰ ਸਾਹਿਬ ਨਾ ਇੰਟਰਪਟ ਕਰਨ, ਨਾ ਤੁਹਾਡੇ ਡੋਮੇਨ ਚ ਆਉਣ, ਤੇ ਤਾਂ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿਓ, ਤੁਸੀਂ ਆਪਣਾ ਜਿਹੜੀ ਜ਼ਿੰਮੇਵਾਰੀ ਤੁਹਾਡੀ ਹੈ ਨਿਭਾਉਣੀ ਸ਼ੁਰੂ ਕਰ ਦਿਓ। ਜੀ ਖੜਿਆਲ ਜੀ, ਇੱਕ ਸਵਾਲ ਜਿਹੜਾ ਹੈਗਾ ਖੜਿਆਲ ਸਾਹਿਬ, ਇੱਕ ਸਵਾਲ ਜਿਹੜਾ ਮੈਂ ਬਾਕੀ ਮਹਿਮਾਨਾਂ ਤੋਂ ਵੀ, ਆਪਾਂ ਜਿਸ ਮੁੱਦੇ ਤੇ ਆਪਾਂ ਨਸ਼ੇ ਦੀ ਗੱਲ ਕਰਦੇ ਹਾਂ ਤੁਹਾਡਾ ਆਪਣਾ ਵਿਊ ਪੁਆਇੰਟ ਹੈ, ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਵਰਨਰ ਦਾ ਚੁਣੀ ਹੋਈ ਸਰਕਾਰ ਦੇ ਇਸ ਤਰ੍ਹਾਂ ਜਾਣਾ, ਕਿਉਂਕਿ ਕਾਂਗਰਸ ਵੀ ਅਕਸਰ ਇਹ ਕਹਿੰਦੀ ਰਹਿੰਦੀ ਹੈ ਕਿ ਜਿਹੜਾ ਸੈਂਟਰ ਹੈਗਾ ਉਹ ਗਵਰਨਰ ਦੇ ਰਾਹੀਂ ਆਪਰੇਟ ਕਰਦਾ ਹੈ, ਗਵਰਨਰ ਦੇ ਰਾਹੀਂ ਦਖਲਅੰਦਾਜ਼ੀ ਹੁੰਦੀ ਹੈ, ਇਸ ਨੂੰ ਦਖਲਅੰਦਾਜ਼ੀ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ, ਉਸ ਨੂੰ ਕਿਵੇਂ ਕਹੋਗੇ? ਸਿੱਧੂ ਸਾਹਿਬ, ਮੈਂ ਤਾਂ ਹੀ ਕਿਹਾ ਆਪਣਾ ਜਿਹੜਾ ਹਿੰਦੁਸਤਾਨ ਦਾ ਸਟਰਕਚਰ ਹੈ ਨਾ, ਇਹ ਸਿਰਫ ਫੈਡਰਲ ਨਹੀਂ ਹੈ, ਇਹਨੂੰ ਕੋਆਪਰੇਟਿਵ ਫੈਡਰਲਿਜ਼ਮ ਕਹਿੰਦੇ ਹਿੰਦੁਸਤਾਨ ਦੇ ਸਟਰਕਚਰ ਨੂੰ।
ਇਹ ਜਿਹੜਾ ਸ਼ਬਦ ਹੈ ਕੋਆਪਰੇਟ, ਇਹ ਆਮ ਆਦਮੀ ਪਾਰਟੀ ਦੀ ਡਿਕਸ਼ਨਰੀ ਸ਼ਾਇਦ ਹੈ ਹੀ ਨਹੀਂ। ਨਾ ਇਹ ਗਵਰਨਰ ਸਾਹਿਬ ਨਾਲ ਕੋਆਪਰੇਟ ਕਰਦੇ ਹੈ, ਨਾ ਸੈਂਟਰ ਨਾਲ ਕਰਦੇ ਹੈ, ਨਾ ਪੰਜਾਬ ਦੇ ਲੋਕਾਂ ਨਾਲ ਕਰਦੇ ਹੈ। ਜੀ ਹੰਕਾਰ ਤੇ ਐਟੀਟਿਊਡ ਤੇ ਈਗੋ ਹਰੇਕ ਵਾਰੀ ਵਿੱਚ ਆ ਜਾਂਦੀ ਹੈ, ਕੰਧ ਬਣ ਜਾਂਦੀ ਹੈ, ਤੇ ਖਾਮਿਆਜ਼ਾ ਕੌਣ ਭੁਗਤਦਾ? ਪੰਜਾਬ ਤੇ ਪੰਜਾਬ ਦਾ ਜੀ ਖਡਿਆਲ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਸੋ ਇਹ ਚੀਜ਼ ਨੋ ਡਾਊਟ, ਦੇਖੋ ਦੂਜੀਆਂ ਸਟੇਟਸ ਦੇ ਵਿੱਚ ਫੋਰ ਐਗਜ਼ਾਮਪਲ ਜੇ ਗਵਰਨਰ ਸਾਹਿਬ ਇਹ ਕਰਦੇ ਹੈ ਤੇ ਉਹ ਫੈਡਰਲ ਸਟਰਕਚਰ ਤੇ ਨੋ ਡਾਊਟ ਫੈਡਰਲ ਸਟਰਕਚਰ ਦੇ ਖਿਲਾਫ ਹੋ, ਲੇਕਿਨ ਦੂਜੇ ਸੂਬਿਆਂ ਦੇ ਵਿੱਚ ਸਰਕਾਰਾਂ ਆਪਦਾ ਕੰਮ ਤਾਂ ਕਰਦੀ ਹੈ। ਮੈਨੂੰ ਇੱਕ ਉਦਾਹਰਨ ਦੇ ਦੇਣ, ਆਮ ਆਦਮੀ ਪਾਰਟੀ ਵਾਲੇ ਲਾਸਟ ਪੁਆਇੰਟ ਸਾਹਿਬ, ਜਿੱਥੇ ਗਵਰਨਰ ਸਾਹਿਬ ਦੇ ਜਾਣ ਤੋਂ ਬਾਅਦ ਉਹ ਬਾਰਡਰ ਏਰੀਆ ਦੇ ਵਿੱਚ ਜਾਂ ਉਹ ਸ਼ਹਿਰ ਦੇ ਵਿੱਚ ਕੰਮ ਹੋਇਆ ਹੋਵੇ, ਜਿਵੇਂ ਪੰਜਾਬ 'ਚ ਹੋ ਗਿਆ। ਆਪਾਂ ਜਵਾਬ ਲੈ ਲਈਏ, ਬਿਲਕੁਲ ਜਵਾਬ ਲੈ ਲਈਏ। ਖਡਿਆਲ ਜੀ ਤੁਹਾਡੀ ਗੱਲ ਆ ਗਈ। ਡਾਕਟਰ ਭੀਮਿੰਦਰ, ਬਾਕੀ ਮਹਿਮਾਨਾਂ ਦਾ ਚਾਹੇ ਆਪਾਂ ਨੌਰੰਗ ਦੀ ਗੱਲ ਕਰ ਲਈਏ ਇਸੇ ਤਰੀਕੇ ਨਾਲ, ਮਾਸਟਰ ਮੋਹਨ ਲਾਲ ਜੀ ਜਾਂ ਖਡਿਆਲ ਜੀ, ਸਾਰਿਆਂ ਦਾ ਫੋਕਸ ਇਸੇ ਗੱਲ ਤੇ ਹੈ ਕਿ ਨਸ਼ਿਆਂ ਦਾ ਮੁੱਦਾ ਜਿਸ ਤਰੀਕੇ ਨਾਲ ਗਵਰਨਰ ਵੱਲੋਂ ਉਠਾਇਆ ਗਿਆ ਜ਼ਮੀਨੀ ਹਕੀਕਤ ਹੈ। ਸਰਕਾਰ ਕਾਰਵਾਈ ਨਹੀਂ ਕਰ ਰਹੀ, ਪਰ ਸਰਕਾਰ ਵੱਲੋਂ ਇਸ ਪਾਸੇ ਵੱਲ ਦੂਜੇ ਪਾਸੇ ਜਾਣਬੁੱਝ ਕੇ ਮੁੜਿਆ ਜਾ ਰਿਹਾ ਹੈ। ਆਪਣੀ ਜਿਹੜੀ ਅਣਗਹਿਲੀਆਂ ਜਾਂ ਨਲਾਇਕੀਆਂ ਨੂੰ ਛਿਪਾਉਣ ਦੇ ਲਈ ਇਹਨੂੰ ਪੋਲੀਟੀਕਲ ਰੰਗਤ ਦਿੱਤੀ ਜਾ ਰਹੀ ਹੈ। ਜੀ ਡਾਕਟਰ ਭੀਮਿੰਦਰ। ਜੀ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਮੈਂ ਮੇਰੇ ਕਾਂਗਰਸ ਦੇ ਸਾਥੀ ਖੜਿਆਲ ਜੀ ਦਾ ਜਵਾਬ ਦੇਣਾ ਚਾਹਾਂਗਾ ਜੀ ਕਿ ਇਹਨਾਂ ਦੀ ਇਸ ਸੋਚ ਕਰਕੇ ਅੱਜ ਸਭ ਤੋਂ ਪੁਰਾਣੀ ਪਾਰਟੀ ਹਿੰਦੁਸਤਾਨ ਦੀ ਅੱਜ ਉਹ 3 ਸੂਬਿਆਂ ਦੇ ਵਿੱਚ ਸਿਮਟ ਕੇ ਰਹਿ ਗਈ। ਔਰ ਇਹਨਾਂ ਨੇ ਜਦੋਂ ਪੰਜਾਬ ਦੇ ਵਿੱਚ, ਜਦੋਂ ਕੇਂਦਰ ਦੇ ਵਿੱਚ ਸੱਤਾ ਰਹੀ ਹੈ, ਸਭ ਤੋਂ ਵੱਧ ਰਾਸ਼ਟਰਪਤੀ ਰਾਜ ਇਹਨਾਂ ਨੇ ਲਗਾਇਆ ਔਰ ਪੰਜਾਬ ਦੇ ਲੋਕਾਂ ਦੀ ਲੋਕਤੰਤਰੀ ਹੱਕਾਂ ਦਾ ਘਾਣ ਕੀਤਾ ਇਹਨਾਂ ਨੇ ਲਗਾਤਾਰ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਸੋ ਇਹਨਾਂ ਦਾ ਜਿਹੜਾ ਲੋਕਤੰਤਰ ਦੇ ਵਿੱਚ ਵਿਸ਼ਵਾਸ ਹੈ, ਕੋਈ ਨਹੀਂ ਹੈ। ਲੋਕਾਂ ਨੂੰ ਘਾਣ ਕਰਨਾ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ, ਔਰ ਮੈਂ ਪੰਜਾਬ ਦੀ ਗੱਲ ਐਗਜ਼ਾਮਪਲ ਦੇਖ ਲਓ। ਔਰ ਦੂਸਰੀ ਗੱਲ, ਜਿਹੜੀ ਗੱਲ ਆਪਾਂ ਬੁਨਿਆਦੀ ਗੱਲ ਕਰ ਰਹੇ ਹਾਂ ਕਿ ਸਾਨੂੰ ਇਹ ਨਹੀਂ ਹੈ ਕਿ ਨਸ਼ਿਆਂ ਦੇ ਖਿਲਾਫ ਕਿਹਨੂੰ ਨਹੀਂ ਪਤਾ, ਬੱਚੇ ਨੂੰ ਪਤਾ ਅੱਜ, ਕਿ ਹਰ ਬੱਚੇ ਨੂੰ ਪਤਾ ਕਿ ਜਿਹੜੀਆਂ ਪਿਛਲੇ 15 ਸਾਲਾਂ ਤੋਂ ਸਰਕਾਰਾਂ ਰਹੀਆਂ ਨੇ, ਚਾਹੇ ਉਹ ਬੀਜੇਪੀ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ, ਇਹਨਾਂ ਕਰਕੇ ਅੱਜ ਨਸ਼ਾ ਜਿਹੜਾ ਹੈਗਾ ਹਰ ਦੁਕਾਨ ਤੇ ਵਿਕ ਰਿਹਾ। ਔਰ ਇਹਨਾਂ ਨੇ ਬੱਚੇ ਨੂੰ, ਛੋਟੇ ਬੱਚਿਆਂ ਨੂੰ ਨਸ਼ਿਆਂ ਤੇ ਲਾਇਆ ਹੋਇਆ ਸੀਗਾ, ਆਪਾਂ ਸਾਰੇ ਜਾਣਦੇ ਹਾਂ। ਔਰ ਹੁਣ ਜਦੋਂ ਸਾਡੀ ਸਰਕਾਰ, ਆਪ ਦੀ ਸਰਕਾਰ, ਉਹਨਾਂ ਦੇ ਉੱਤੇ ਕਾਰਵਾਈ ਕਰ ਰਹੀ ਹੈ, ਕੇਸ ਬਣ ਰਹੇ ਨੇ, ਵੱਡੇ ਤੋਂ ਵੱਡੇ ਮਗਰਮੱਛਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਨਸ਼ੇ ਨੂੰ ਘਟਾਇਆ ਜਾ ਰਿਹਾ ਲਗਾਤਾਰ। ਹੁਣ ਇਹਨਾਂ ਨੂੰ ਲੱਗਦਾ ਕਿ ਹੋਰ ਗੱਲ ਕਰਨ ਨੂੰ ਕੋਈ ਹੈ ਨਹੀਂ, ਹੁਣ ਘੱਟੋ ਘੱਟ ਰਾਜਪਾਲ ਨੂੰ ਉੱਧਰ ਭੇਜ ਦਿਓ। ਸੋ ਇਸ ਕਰਕੇ ਬੀਜੇਪੀ ਹਮੇਸ਼ਾ ਇਹ ਚਾਹੁੰਦੀ ਹੈ ਕਿ ਰਾਜਪਾਲਾਂ ਨੂੰ ਉਹਨਾਂ ਨੂੰ ਕਹੋ ਕਿ ਤੁਸੀਂ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਸਟੇਟਾਂ ਦੀਆਂ, ਉਹਨਾਂ ਨੂੰ ਦਬਾਓ, ਉਹਨਾਂ ਦਾ ਘਾਣ ਕਰੋ ਔਰ ਉਹਨਾਂ ਲੋਕਾਂ ਦੇ ਜਿਹੜੇ ਬੁਨਿਆਦੀ ਹੱਕ ਨੇ ਉਹਨਾਂ ਨੂੰ ਦਬਾ ਕੇ ਉਹਨਾਂ ਨੂੰ ਦਬਾ ਕੇ ਜਿਹੜਾ ਹੈਗਾ ਲੋਕਤੰਤਰ ਦੀ ਹੱਤਿਆ ਕਰ ਦਿਓ। ਸੋ ਇਸ ਕਰਕੇ ਮੈਂ ਇਹ ਕਹਾਂਗਾ ਕਿ ਇਹ ਹੌਲੀ ਡਿਕਟੇਟਰਸ਼ਿਪ ਵੱਲ ਵਧ ਰਹੇ ਨੇ। ਬੀਜੇਪੀ ਦਾ ਏਜੰਡਾ ਇਹ ਕਿ ਉਹ ਹਿੰਦੁਸਤਾਨ ਨੂੰ ਡਿਕਟੇਟਰਸ਼ਿਪ ਵੱਲ ਲੈ ਕੇ ਜਾਏ। ਮੋਦੀ ਸਾਹਿਬ ਜਿਹੜੀ ਕਹਿ ਰਹੇ ਨੇ ਕਿ ਫੋਟੋਆਂ, ਜਿਹੜੀ ਮੇਰੇ ਸਾਥੀ ਬੀਜੇਪੀ ਦੇ ਨੇ ਕਿਹਾ ਕਿ ਫੋਟੋਆਂ ਖਿਚਾਉਣ ਦਾ ਕਿਹਨੂੰ ਸਭ ਤੋਂ ਸ਼ੌਕ ਹੈ, ਮੋਦੀ ਸਾਹਿਬ ਨੂੰ। ਉਹਨਾਂ ਦੇ ਲਗਾਤਾਰ ਫੋਟੋ ਸ਼ੋਅ ਚੱਲਦੇ ਆ ਔਰ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਫੋਟੋਆਂ ਖਿਚਾਉਣ ਦਾ ਹੀ ਕਰਦੇ ਆ ਲਗਾਤਾਰ, ਆਪਾਂ 14 ਤੋਂ ਦੇਖ ਲਓ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਹਿੰਦੁਸਤਾਨ ਨੂੰ ਬੜੀ ਮੁਸ਼ਕਿਲ ਦੇ ਨਾਲ ਲੋਕਤੰਤਰ ਮਿਲਿਆ, ਆਜ਼ਾਦੀ ਮਿਲੀ ਹੈ ਔਰ ਸਾਨੂੰ ਸੰਵਿਧਾਨ ਮਿਲਿਆ। ਅਸੀਂ ਸੰਵਿਧਾਨ ਦੇ ਮੁਤਾਬਕ ਚੱਲੀਏ ਔਰ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖੀਏ, ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਨਾ ਕਰੀਏ। ਔਰ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਸੰਵਿਧਾਨ ਦੀਆਂ ਜਿਹੜੀਆਂ ਹੱਦਾਂ ਨੂੰ ਤੋੜਿਆ ਜਾਏ ਔਰ ਇੱਕ ਨਵਾਂ ਸੰਵਿਧਾਨ ਜਿਹੜੀ ਹੈਗੀ ਹੈ ਡਿਕਟੇਟਰਸ਼ਿਪ ਵਾਲਾ, ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਡੀ ਗੱਲ ਆ ਗਈ ਭੀਮਿੰਦਰ ਜੀ, ਤੁਹਾਡੀ ਗੱਲ ਆ ਗਈ। ਖਡਿਆਲ ਜੀ, ਪਹਿਲਾਂ ਤੁਸੀਂ ਇਸ ਮੁੱਦੇ ਤੇ ਕਹਿਣਾ ਚਾਹੁੰਦੇ ਸੀ। ਡਾਕਟਰ ਭੀਮਿੰਦਰ ਦਾ ਕਹਿਣਾ ਕਿ ਕਾਂਗਰਸ ਗੱਲਾਂ ਕਰਦੀ ਹੈ ਡੈਮੋਕ੍ਰੇਸੀ ਦੀਆਂ, ਜਿਨ੍ਹਾਂ ਨੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਇਆ ਔਰ ਜਮਹੂਰੀਅਤ ਦਾ ਘਾਣ ਕੀਤਾ। ਪਹਿਲਾਂ ਤਾਂ ਫੈਕਚੁਅਲੀ ਇਹ ਚੀਜ਼ ਗਲਤ ਹੈ। ਮੈਂ ਲੋਕਤੰਤਰ ਦਾ ਜ਼ਿਕਰ ਹੀ ਨਹੀਂ ਕੀਤਾ ਪਹਿਲੇ ਸੈਗਮੈਂਟ ਦੇ ਵਿੱਚ। ਸਿੱਧੂ ਸਾਹਿਬ ਮੇਰਾ ਬਿਆਨ ਚੱਕ ਕੇ ਦੇਖ ਲੈਣ। ਸੋ ਆਮ ਆਦਮੀ ਪਾਰਟੀ ਦੀ ਸ਼ੁਰੂ ਤੋਂ ਆਦਤ ਹੈ ਮਿਸਲੀਡ ਤੇ ਮਿਸਗਾਈਡ ਕਰਨ ਦੀ। ਡਿਬੇਟ ਦੇ ਵਿੱਚ ਵੀ ਉਹੀ ਕਰ ਰਹੇ ਆ। ਜਿੱਥੋਂ ਤੱਕ ਲੋਕਤੰਤਰ ਦੀ ਗੱਲ ਹੈ, ਇਹ ਉਹ ਪਾਰਟੀ ਹੈ ਜਿਨ੍ਹਾਂ ਦੇ ਲੀਡਰ ਨੇ ਆਪਦੀ ਪਾਰਟੀ ਦਾ ਸੰਵਿਧਾਨ ਬਦਲਤਾ, ਆਪਦੀ ਪਾਰਟੀ ਦਾ ਕਨਸਟੀਟਿਊਸ਼ਨ ਬਦਲਤਾ ਤਾਂ ਕਿ ਲੀਡਰ ਕਾਇਮ ਰਹਿ ਸਕਣ, ਫਿਰ ਤੋਂ ਸੁਪਰੀਮੋ ਬਣੇ ਰਹਿ ਸਕਣ। ਪਹਿਲਾ ਰੂਲ ਹੋਰ ਹੁੰਦਾ ਸੀਗਾ ਕਿ
ਹਰ ਉਹੀ ਵਿਅਕਤੀ ਲੀਡਰ ਨੇ ਸੁਪਰੀਮੋ ਨਹੀਂ ਬਣਿਆ ਰਹਿ ਸਕਦਾ। ਸੋ ਦੂਜਾ ਇਹਨਾਂ ਨੇ ਗੱਲ ਕੀਤੀ ਵੀ 15 ਸਾਲਾਂ ਤੋਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਬਹੁਤ ਜ਼ਿਆਦਾ ਵੱਧਦਾ ਆ ਰਿਹਾ, ਕਿਉਂਕਿ ਪਾਰਟੀ ਕੁਛ ਨਹੀਂ। ਇਹ ਤੋਂ ਮੈਂਟੈਲਿਟੀ ਸਿੱਧੂ ਸਾਹਿਬ ਪਤਾ ਕੀ ਝਲਕਦੀ ਹੈ? ਐਕਸਕਿਊਜ਼ ਓਰੀਐਂਟਡ ਮੈਂਟੈਲਿਟੀ, ਵੀ ਅਸੀਂ ਐਕਸ਼ਨ ਕੁਛ ਨਹੀਂ ਲੈਣਾ, ਅਸੀਂ ਐਕਸਕਿਊਜ਼ ਬਣਾਉਣਾ ਹੈ ਵੀ ਜੀ ਪਹਿਲਾਂ ਹੋ ਗਿਆ ਜੀ, ਪਹਿਲਾਂ ਹੋ ਗਿਆ ਜੀ, ਮਤਲਬ ਅਗਲੇ 4 ਸਾਲ ਵੀ ਇਹੀ ਚੀਜ਼। ਖਿਆਲ ਜੀ ਉਹਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਕੰਡੇ ਬੀਜੇ ਵਿਆ ਅਸੀਂ ਤਾਂ ਚੁਗ ਰਹੇ ਹਾਂ, ਇਹ ਕਹਿ ਰਿਹਾ ਡਾਕਟਰ ਭੀਮਿੰਦਰ। ਦੇਖੋ ਸਿੱਧੂ ਸਾਹਿਬ, ਦੇਖੋ ਪਹਿਲੀ ਗੱਲ ਤਾਂ ਮੈਂ ਉਦਾਹਰਨ ਦੇ ਦਿੰਦਾ, ਜੇ ਇਹ ਸਹੀ ਹੈ ਕਿੰਨਾ ਗਲਤ ਹੈ। ਸਾਡੇ ਵਾਲੇ ਵੱਡੇ ਮਗਰਮੱਛ ਅੰਦਰ ਗਏ, ਆਮ ਆਦਮੀ ਪਾਰਟੀ ਜਿਵੇਂ ਆਈ ਵੱਡੇ ਮਗਰਮੱਛ ਬਾਹਰ ਆ ਕੇ ਬੇਲ ਹੋ ਗਿਆ। ਸੋ ਪਹਿਲਾਂ ਤਾਂ ਇਹ। ਦੂਜਾ, ਇਹ ਉਹ ਪਾਰਟੀ ਹੈ ਜਿਹਦੇ ਕੋਲੇ ਹੱਕ ਹੀ ਨਹੀਂ ਹੈ ਨਸ਼ਿਆਂ ਬਾਰੇ ਬੋਲਣ ਦਾ, ਕਿਉਂਕਿ ਪਹਿਲਾਂ ਇਲਜ਼ਾਮ ਲਾ ਤੇ ਇਹਨਾਂ ਨੇ, ਬਾਅਦ ਚ ਮਾਫੀਆਂ ਮੰਗਦੇ ਆ। ਸੋ ਇਹਨਾਂ ਕੋਲੇ ਹੱਕ ਹੈ। ਤੀਜੀ ਗੱਲ ਸਿੱਧੂ ਸਾਹਿਬ, ਤੁਸੀਂ ਦੇਖੋ ਵੀ ਅਗਲੇ 4 ਸਾਲ ਵੀ ਆਮ ਆਦਮੀ ਪਾਰਟੀ ਨੇ ਇਹੀ ਟੇਪ ਰਿਕਾਰਡ ਜਿਹੜਾ ਵਾਰ-ਵਾਰ ਚਲਾਈ ਜਾਣਾ। ਪਹਿਲਾਂ ਵਾਲੀਆਂ ਸਰਕਾਰਾਂ ਇਹ ਮੈਂਟੈਲਿਟੀ ਸੋਲੂਸ਼ਨ ਓਰੀਐਂਟਡ ਨਹੀਂ ਹੈ। ਖਿਆਲ ਜੀ ਆ ਗਿਆ ਤੁਹਾਡਾ ਵਿਊ ਪੁਆਇੰਟ। ਜਿਹੜਾ ਲਾਸਟ ਪੁਆਇੰਟ ਹੈ ਸਿੱਧੂ ਸਾਹਿਬ, ਲਾਸਟ ਪੁਆਇੰਟ ਹੈ 5 ਸੈਕਿੰਡ ਹੁੰਦੀ। ਸੋ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੇ ਡਿਬੇਟ ਤੇ ਕਲੀਅਰਲੀ ਕਹਿਤਾ ਕਿ ਸਾਰੀਆਂ ਦੁਕਾਨਾਂ ਤੇ ਨਸ਼ਾ ਵਿਕਿਆ। ਇਹ ਆਮ ਆਦਮੀ ਪਾਰਟੀ ਕਹਿ ਰਹੀ ਹੈ। ਤੇ ਸਿੱਧੂ ਸਾਹਿਬ ਜੇ ਇਹਨਾਂ ਨੂੰ ਪਤਾ ਹੈ ਵੀ ਨਸ਼ਾ ਦੁਕਾਨਾਂ ਤੇ ਵਿਕ ਰਿਹਾ ਹੈ, ਇਹਨਾਂ ਨੇ ਦੇਖਿਆ ਹਰੇਕ ਦੁਕਾਨ ਤੇ ਵਿਕ ਰਿਹਾ ਹੈ, ਫਿਰ ਆਮ ਆਦਮੀ ਪਾਰਟੀ 10 ਮਹੀਨੇ ਤੋਂ ਕਰ ਕੀ ਰਹੀ ਹੈ? ਇਹ ਤਾਂ ਸਰਟੀਫਿਕੇਟ ਦੇਤਾ ਆਪਣੇ ਆਪਾਂ ਜਵਾਬ ਲੈਣੇ ਆ ਖੜਿਆਲ ਜੀ। ਬਿਲਕੁਲ ਇਹਨਾਂ ਨੇ ਫੇਲਿਅਰ ਦਾ ਸਰਟੀਫਿਕੇਟ ਆਪਦੇ ਆਪ ਦੇ ਦਿੱਤਾ। ਬਾਕੀ ਮਹਿਮਾਨਾਂ ਦੀ ਵੀ ਰਾਏ ਲੈ ਲਈਏ। ਡਾਕਟਰ ਭੀਮਿੰਦਰ, ਮੈਂ ਡੈਫੀਨਿਟਲੀ ਤੁਹਾਡੇ ਵੱਲ ਆ ਰਿਹਾ, ਬਾਕੀ ਮਹਿਮਾਨ ਵੀ ਇੰਤਜ਼ਾਰ ਕਰ ਰਹੇ, ਆਪਾਂ ਉਹਨਾਂ ਦੇ ਸਵਾਲ ਲੈ ਲਈਏ। ਚੰਗਾ ਰਹੇਗਾ ਤੁਸੀਂ ਇਕੱਠੇ ਤੌਰ ਤੇ ਬਾਕੀਆਂ ਦਾ ਵਿਊ ਪੁਆਇੰਟ ਵੀ ਲੈ ਸਕਦੇ ਹੋ। ਨਾਰੰਗ ਸਾਹਿਬ, ਜਿਸ ਮਾਮਲੇ ਤੇ ਗੱਲ ਕਰ ਰਹੇ ਹੋ, ਡਾਕਟਰ ਭੀਮਿੰਦਰ ਦਾ ਕਹਿਣਾ ਹੈ ਜੀ। ਮੋਹਨ ਸ਼ਰਮਾ ਜੀ, ਆਵਾਜ਼ ਆ ਰਹੀ ਹੈ? हाँ आ रही है जी जी, मैं ਤੁਹਾਡੇ ਨਾਲ ਗੱਲ ਇਸ ਮੁੱਦੇ ਤੇ ਪੁਆਇੰਟ ਲੈ ਰਿਹਾ ਸੀਗਾ ਕਿ ਜਿਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਹਾਂ, ਦੇਖੋ ਪੋਲੀਟੀਕਲ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਗਵਰਨਰ ਦਾ ਦੌਰਾ ਹੈ, ਰਾਜਸੀ ਰੰਗਤ ਦੀ ਗੱਲ ਹੈ, ਡਿਕਟੇਟਰਸ਼ਿਪ ਦੀ ਗੱਲ ਹੈ, ਆਮ ਆਦਮੀ ਪਾਰਟੀ ਦੀ ਨਲਾਇਕੀ ਦੀਆਂ ਸਰਕਾਰਾਂ ਦੀਆਂ ਗੱਲਾਂ ਹੈਗੀਆਂ, ਪਰ ਕਿਉਂਕਿ ਤੁਸੀਂ ਲੰਬਾ ਸਮਾਂ ਇਸ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ ਹੋ, ਨਸ਼ਾ ਮੁਕਤ ਕਰਾਉਣ ਲਈ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਹੇ ਹੋ। ਅੱਜ ਜਦੋਂ ਮੋਹਨ ਸ਼ਰਮਾ ਜੀ ਆਪਾਂ ਗੱਲ ਕਰ ਰਹੇ ਹਾਂ ਤਾਂ ਅੱਜ ਵੀ ਮੀਡੀਆ ਦੇ ਵਿੱਚ ਹੈਗਾ ਕਿ ਇੱਕ ਮਾਂ ਇਸ ਕਰਕੇ ਮਰ ਗਈ ਕਿ ਉਹਦੇ ਨਸ਼ੇੜੀ ਪੁੱਤ ਨੇ ਉਹਦੇ ਸਿਰ 'ਚ ਕੁਝ ਐਸੀ ਮਾਰ ਮਾਰੀ ਕਿ ਕਦੇ ਦਿਨ ਬਾਅਦ ਉਹਦੀ ਮਾਂ ਦੀ ਜਾਨ ਜਾਂਦੀ ਰਹੀ। ਇੱਦਾਂ ਹੀ ਮੁੱਲਾਂਪੁਰ ਦਾਖਾ ਲੁਧਿਆਣੇ ਦੇ ਨੇੜੇ ਲੱਗਦਾ ਇੱਕ ਏਰੀਆ ਹੈ, 17 ਸਾਲ ਦਾ ਲੜਕਾ ਓਵਰਡੋਜ਼ ਕਰਕੇ ਆਪਣੀ ਜਾਨ ਤੋਂ ਹੱਥੋਂ ਬੈਠਾ। ਪੰਜਾਬ 'ਚ ਇਸ ਤਰ੍ਹਾਂ ਜਿਹੜਾ ਹੈਗਾ ਸਾਡੇ ਜਵਾਨ ਜਿਹੜੇ ਹੈਗੇ ਆ, ਯੁਵਕ ਜਿਹੜੇ ਹੈਗੇ ਆ, ਬੱਚੇ ਨਸ਼ਿਆਂ ਕਰਕੇ ਮਰ ਰਹੇ ਆ। ਲੱਗਦਾ ਨਹੀਂ ਕਿ ਇਸ ਮਾਮਲੇ ਨੂੰ ਰਾਜਸੀ ਪੱਧਰ ਤੋਂ ਉੱਪਰ ਉੱਠ ਕੇ ਹੱਲ ਕਰਨ ਦੀ ਜਾਂ ਇੱਕ ਮੁਹਿੰਮ ਚਲਾਉਣ ਦੀ ਲੋੜ ਹੈ? ਮੋਹਨ ਸ਼ਰਮਾ ਜੀ, ਸਿੱਧਾ ਬੜਾ ਗੰਭੀਰ ਪ੍ਰਸ਼ਨ ਤੁਸੀਂ ਕੀਤਾ ਹੈ। ਮੈਂ ਸਿਆਸੀ ਜਿਹੜੀ ਵਿਚਾਰਧਾਰਾ ਹੈ ਉਸ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ ਜੀ ਕਿ ਇਸ ਵੇਲੇ ਸਿਰਫ ਇਹ ਨਾ ਅਸੀਂ ਮੰਨ ਕੇ ਚੱਲ ਪਈਏ ਕਿ ਸਿਰਫ ਫਸਲਾਂ ਨੂੰ ਨੁਕਸਾਨ ਹੋ ਰਿਹਾ, ਸਾਡੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਇਸ ਵੇਲੇ। ਦੂਜੇ ਸ਼ਬਦਾਂ 'ਚ ਜਿਵੇਂ ਭੀਮਿੰਦਰ ਜੀ ਨੇ ਕਿਹਾ, ਮੈਂ ਉਹਨਾਂ ਦੀ ਗੱਲ ਨਾਲ ਨੂੰ ਪਰੰਤੂ ਮੈਂ ਜ਼ਿਆਦਾ ਨਹੀਂ ਕਰਾਂਗਾ, ਪਰ ਇੰਨੀ ਗੱਲ ਮੈਂ ਜ਼ਰੂਰ ਕਹਾਂਗਾ ਕਿ ਇਸ ਵੇਲੇ ਸਾਨੂੰ ਸੁਰਜੀਤ ਪਾਤਰ ਦੇ ਉਹ ਮੋਲ ਯਾਦ ਰੱਖਣੇ ਪੈਣੇ ਹੈ ਕਿ ਲੱਗੀ ਜੇ ਤੇਰੇ ਕਾਲਜੇ ਦੇ ਵਿੱਚ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਇਸ ਵੇਲੇ ਸਥਿਤੀ ਹੈ ਜਿਹੜੀ ਉਹ ਇਸ ਤਰੀਕੇ ਦੀ ਬਣ ਰਹੀ ਹੈ ਕਿ ਜਿਹੜੇ ਮਾਪੇ ਨੇ, ਬੇਬਸ ਮਾਪੇ, ਖੂਨ ਦੇ ਥਰੂ ਕੇਰ ਦੇ ਮਾਪੇ, ਉਹ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਰਹੇ ਨੇ ਨਸ਼ਿਆਂ ਕਾਰਨ ਜੀ। ਤੇ ਇਹ ਸਭ ਤੋਂ ਮਾਰੂਦ ਖਾਤ ਹੈ ਜਿਹੜਾ ਮਾਪੇ ਭੁਗਤ ਰਹੇ ਨੇ ਇਸ ਵੇਲੇ। ਤੇ ਮੈਂ ਜੇ ਅੰਕੜਿਆਂ ਦੀ ਗੱਲ ਕਰਾਂ, ਪਹਿਲਾਂ ਵੀ ਕਿਹਾ ਕਿ ਮੈਂ ਤੇ ਇਸ ਵਿਸ਼ੇ ਦੇ ਉੱਤੇ 4-5 ਕਿਤਾਬਾਂ ਲਿਖਤੀਆਂ, ਅੱਜ ਇਸੇ ਵਿਸ਼ੇ ਦੀ ਪੰਜਾਬੀ ਟ੍ਰਿਬਿਊਨ 'ਚ ਵੀ ਮੇਰਾ ਆਰਟੀਕਲ ਹੈ। ਜੇ ਅਸੀਂ ਸਾਹਮਣੇ ਗੱਲ ਲੈਂਦੇ ਹਾਂ ਕਿ ਜਿਹੜਾ ਨਸ਼ਿਆਂ ਦਾ ਪ੍ਰਕੋਪ ਹੈ, ਇਹਦੇ ਕਰਕੇ ਪੰਜਾਬ 'ਚ ਜਦੋਂ ਅਸੀਂ ਮੰਨੀਏ ਜਿਨ੍ਹਾਂ ਨੇ ਵਿਕਾਸ ਕਰਨਾ ਹੈ, ਉਹ ਵਿਕਾਸ ਕਰਨ ਵਾਲੇ ਜਿਹੜੇ ਹੱਥ ਨੇ ਉਹ ਨਸ਼ਿਆਂ ਨਾਲ ਲਿਪਤ ਨੇ ਜਾਂ ਉਹਨਾਂ ਦੇ ਮਾਪੇ ਪੀੜਤ ਨੇ। ਤੇ ਵਿਕਾਸ ਹੈ ਜਿਹੜੇ ਇਸ ਕਰਕੇ ਵਿਕਾਸ 'ਚ ਖਲੋਤ ਆਈ ਹੋਈ ਹੈ ਤੇ ਜਿਹੜੀਆਂ ਸਿਰਜਣਾਤਮਕ ਸ਼ਕਤੀਆਂ ਨੇ ਉਹਨਾਂ ਦੀਆਂ ਪਲੰਗਾਂ ਨੂੰ ਵੀ ਜੂੜ ਪਿਆ ਹੈ। ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਤਾਂ ਇਸ ਵੇਲੇ ਨਸ਼ਿਆਂ ਦੇ ਪ੍ਰਕੋਪ ਕਰਕੇ, ਭੀਮਿੰਦਰ ਜੀ ਸੁਣ ਰਹੇ ਹੋ? ਜੀ ਜੀ, ਆਵਾਜ਼ ਆ ਰਹੀ ਹੈ, ਤੁਹਾਡੀ ਆਵਾਜ਼ ਆ ਰਹੀ ਹੈ। ਅੱਛਾ, ਨਸ਼ਿਆਂ ਦੇ ਪ੍ਰਕੋਪ ਕਰਕੇ 60% ਤਾਂ ਦੁਰਘਟਨਾਵਾਂ ਤੇ 90% ਤੇਜ਼ ਹਥਿਆਰਾਂ ਵਾਲੇ ਹਮਲੇ, 69% ਬਲਾਤਕਾਰ, ਇਹ ਮੈਂ ਜੋ ਕੁਛ ਹੈ ਮੈਂ ਆਪਣੀ ਪੁਸਤਕ ਦੇ ਵਿੱਚ
ਦਾ ਹਿੱਸਾ ਹੈ ਮੇਰਾ ਜੀ, ਜੀ। 70% ਬਲਾਤਕਾਰ, 74% ਡਕੈਤੀਆਂ, 80% ਦੁਸ਼ਮਣੀ ਕੱਢਣ ਵਾਲੇ ਹਮਲੇ, ਚੇਨ ਝਪਟਮਾਰੀ ਤੇ ਹੋਰ ਜੁਰਮ ਨੇ ਜਿਹੜੇ ਉਹਨਾਂ ਦੇ ਕਰਕੇ ਪੁਲਿਸ ਦਾ ਰੋਜ਼ਨਾਮਚਾ ਹਰ ਰੋਜ਼ ਭਰਿਆ ਜਾ ਰਿਹਾ ਹੈ ਤੇ ਜੁਰਮ ਗ੍ਰਾਮ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 39.22 ਲੱਖ ਪਰਿਵਾਰ ਨੇ ਤੇ ਉਹ ਪਰਿਵਾਰਾਂ ਦਾ ਕੋਈ ਬਿਰਲਾ ਪਰਿਵਾਰ ਹੀ ਹੈ ਖੁਸ਼ਕਿਸਮਤ ਹੋਏਗਾ ਜਿਹੜਾ ਇਸ ਨਸ਼ੇ ਦੇ ਪ੍ਰਕੋਪ ਤੋਂ ਬਚਿਆ ਹੋਇਆ ਹੋਵੇ। ਬਹੁਤ ਵੱਡਾ ਸਵਾਲ ਜਿਹੜਾ ਮੋਹਨ ਸ਼ਰਮਾ ਜੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਐਡਾ ਵੱਡਾ ਪ੍ਰਕੋਪ ਹੈ ਕਿ ਬਿਰਲਾ ਪਰਿਵਾਰ ਹੀ ਕੋਈ ਬਚਿਆ ਹੋਏਗਾ। ਤੁਸੀਂ ਬਣੇ ਰਹੋ, ਆਪਾਂ ਫੇਰ ਆਉਣੇ ਇਸ ਮੁੱਦੇ ਤੇ ਤੁਹਾਡੇ ਨਾਲ। ਸਿਰਫ ਇੱਕ ਗੱਲ ਕਰਕੇ ਮੈਂ ਦੂਸਰੇ ਸੱਜਣ ਨੂੰ ਉਹ ਕਰਾਂਗਾ ਜੀ ਜੀ ਵੀ ਕਈ ਪਿੰਡਾਂ ਦੀਆਂ ਪਹਿਚਾਣ ਤਾਂ ਇਸ ਕਰਕੇ ਬਣੀ ਹੋਈ ਹੈ ਕਿ ਉਸ ਪਿੰਡ 'ਚ ਪਿਛਲੇ 5 ਸਾਲਾਂ ਤੋਂ ਕੋਈ ਸ਼ੇਰੇ ਬਣ ਕੇ ਨਹੀਂ ਟੁੱਕਿਆ। ਕਈ ਪਿੰਡਾਂ ਦੀ ਪਹਿਚਾਣ ਇਸ ਕਰਕੇ ਹੈ ਕਿ ਉੱਥੇ ਨਸ਼ਾ ਜ਼ਿਆਦਾ ਵਿਕਦਾ ਹੈ। ਕਈ ਪਿੰਡਾਂ ਦੀ ਪਹਿਚਾਣ ਇਸ ਕਰਕੇ ਹੈ ਕਿ ਨਸ਼ਾ ਕਰਕੇ ਉਸ ਪਿੰਡ ਦੇ ਵਿੱਚ ਵਿਧਵਾਵਾਂ ਦੀ ਗਿਣਤੀ ਜ਼ਿਆਦਾ ਹੈ। ਅਸੀਂ ਕਿਹੜੇ ਵਿਕਾਸ ਦੀ ਗੱਲ ਕਰੀਏ? ਬਦਕਿਸਮਤੀ ਆ ਪੰਜਾਬ ਦੀ। ਬਿਲਕੁਲ ਜਿਹੜਾ ਹੈਗਾ ਮੋਹਨ ਸ਼ਰਮਾ ਜੀ ਇਸ ਮੁੱਦੇ ਤੇ ਬਣੇ ਰਹੋ ਸਾਡੇ ਨਾਲ। ਜਿਹੜਾ ਪੀਵਿੰਦਰ ਜੀ ਇਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਹਾਂ, ਜਿੱਦਾਂ ਖੜਿਆਲ ਜੀ ਨੇ ਗੱਲ ਕੀਤੀ ਹੈ, ਕਹਿੰਦੇ ਆਮ ਆਦਮੀ ਪਾਰਟੀ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਰਹੀ। ਤੁਸੀਂ ਪਿਛਲੀਆਂ ਸਰਕਾਰਾਂ ਦੀਆਂ ਗੱਲਾਂ ਕਰਦੇ ਹੋ, ਤੁਹਾਡੀ ਪਾਰਟੀ ਦੇ ਆਗੂ ਨੇ ਮਾਫੀਆਂ ਮੰਗੀਆਂ ਨਸ਼ਿਆਂ ਦੇ ਮੁੱਦਿਆਂ ਨੂੰ ਲੈ ਕੇ, ਤੇ ਪੰਜਾਬ 'ਚ ਨਸ਼ਿਆਂ ਦਾ ਜਿਹੜਾ ਪ੍ਰਕੋਪ ਹੈ ਉਹ ਹੁਣ ਸਿੱਧੇ ਤੌਰ 'ਤੇ ਜ਼ਿੰਮੇਵਾਰੀ ਬਣਦੀ ਹੈ ਆਮ ਆਦਮੀ ਪਾਰਟੀ ਦੀ, ਤੇ ਇਹਨੂੰ ਪੋਲੀਟੀਕਲ ਤੌਰ 'ਤੇ ਕਰਕੇ ਆਪਾਂ ਇੱਧਰ ਉੱਧਰ ਇਸ ਮੁੱਦੇ ਨੂੰ ਖੇਰੂ ਨਹੀਂ ਕਰ ਸਕਦੇ। ਬਿਲਕੁਲ ਕਦੇ ਹਾਂ ਜੀ ਸਿੱਧੂ ਸਾਹਿਬ, ਕਦੇ ਵੀ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਖੇਰੂ ਨਹੀਂ ਕੀਤਾ, ਸਗੋਂ ਸੀਰੀਅਸਲੀ ਲਿਆ। ਤੁਸੀਂ ਕੱਲ ਵੀ ਦੇਖਿਆ ਹੋਵੇਗਾ ਜਦੋਂ ਰਾਜਪਾਲ ਸਾਹਿਬ ਬੈਠੇ ਨੇ ਤਾਂ ਨਾਲ ਦੀ ਨਾਲ ਪੰਜਾਬ ਦੇ ਜਿਹੜੀ ਪੁਲਿਸ ਹੈ ਉਹ ਵੀ ਨਾਲ ਬੈਠੀ ਹੈ, ਅਫਸਰਸ਼ਾਹੀ ਵੀ ਬੈਠੀ ਹੈ। ਇਹਦਾ ਕੀ ਮਤਲਬ? ਇਹਦਾ ਮਤਲਬ ਹੈ ਕਿ ਹਰ ਬੰਦਾ, ਹਰ ਜਿਹੜੀ ਹੈਗਾ ਪੰਜਾਬ ਦਾ ਬਸ਼ਿੰਦਾ ਚਾਹੁੰਦਾ ਹੈ ਕਿ ਇਹ ਮਸਲੇ ਦਾ ਹੱਲ ਹੋਵੇ। ਸੋ ਇਸ ਕਰਕੇ ਸਰਕਾਰ ਤਾਂ ਚਾਹੁੰਦੀ ਹੈ, ਸਰਕਾਰ ਡਿਊਟੀ ਲਾ ਰਹੀ ਹੈ, ਚਾਹੇ ਉਹ ਅਧਿਕਾਰੀ ਹੋਣ ਚਾਹੇ ਪੁਲਿਸ ਦੇ ਅਧਿਕਾਰੀ ਹੋਣ। ਹੁਣ ਸਮੱਸਿਆ ਇਹ ਹੈ ਕਿ ਕਿਉਂਕਿ ਬਾਰਡਰ ਤੋਂ ਬਾਹਰ ਆਉਂਦੀ ਹੈ, ਬਾਰਡਰ ਦੇ ਉੱਤੇ BSF ਦਾ ਕਬਜ਼ਾ ਹੈ ਔਰ BSF ਦੀ ਡਿਊਟੀ ਬਣਦੀ ਹੈ ਕਿ ਉਹ ਜਿਹੜੀਆਂ ਵੀ ਚੀਜ਼ਾਂ ਬਾਰਡਰ ਤੋਂ ਪਾਰ ਆਉਂਦੀਆਂ ਨੇ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਏ। ਇਸ ਕਰਕੇ BSF ਨੂੰ ਵੀ ਜਿਹੜਾ ਹੈਗਾ ਨਾਲ ਬਿਠਾਉਣ ਦੀ ਲੋੜ ਹੈ, ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਨਿਗਰਾਨੀ ਕਰਨ ਦੀ ਲੋੜ ਹੈ। ਔਰ ਸਰਕਾਰ ਪਹਿਲੀ ਵਾਰੀ ਇਹ ਹੋਇਆ ਕਿ 10 ਮਹੀਨਿਆਂ ਦੇ ਵਿੱਚ ਇੰਨੀ ਤਨਦੇਹੀ ਦੇ ਨਾਲ ਨਸ਼ਾ ਤਸਕਰਾਂ ਦੇ ਉੱਤੇ ਕੰਟਰੋਲ ਕੀਤਾ ਗਿਆ ਔਰ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ, ਉਹਨਾਂ ਦੇ ਉੱਤੇ ਕੇਸ ਬਣਾਏ ਜਾ ਰਹੇ ਨੇ ਔਰ ਲਗਾਤਾਰ ਸਕੰਜਾ ਜਿਹੜਾ ਹੈਗਾ ਕੱਸਿਆ ਜਾ ਰਿਹਾ ਹੈ। 2 ਤਰੀਕੇ ਹੁੰਦੇ ਨੇ ਸਿੱਧੂ ਸਾਹਿਬ ਨਸ਼ੇ ਨੂੰ ਕੰਟਰੋਲ ਕਰਨ ਦੇ। ਬਹੁਤ ਸਾਰੇ ਮੁਲਕਾਂ ਦੇ ਵਿੱਚ, ਚੀਨ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਇਦਾਂ ਦੀਆਂ ਸਮੱਸਿਆਵਾਂ ਲੰਬੇ ਸਮੇਂ ਤੋਂ ਰਹੀਆਂ ਨੇ। ਉਹਨਾਂ ਨੇ ਕੀ ਕੀਤਾ ਕਿ ਇੱਕ ਤਾਂ ਉੱਤੋਂ ਡੰਡੇ ਨਾਲ ਜਿਹੜੀ ਹੈਗੀ ਆ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਸਰਾ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਣੀਆਂ। ਜਿਹੜੀਆਂ ਮੋਹਨ ਸ਼ਰਮਾ ਜੀ ਗੱਲਾਂ ਕਰ ਰਹੇ ਨੇ ਉਹਨਾਂ ਦਾ ਮਸਲਾ ਇਹ ਹੈ ਕਿ ਇੱਕ ਤਾਂ ਨਸ਼ੇ ਨਾਲ ਸੰਬੰਧਿਤ ਜਿੰਨੇ ਵੀ ਜਿਹੜੇ ਆਮ ਜਿਹੜਾ ਨਾਗਰਿਕ ਹੈ ਜਾਂ ਨੌਜਵਾਨ ਨੇ ਨਸ਼ਾ ਲੈ ਰਹੇ ਨੇ ਉਹਨਾਂ ਨੂੰ ਸਿੰਪਥੀ ਦੇ ਨਾਲ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਜਾਵੇ। ਪਹਿਲੀ ਗੱਲ ਤਾਂ ਇਹ ਹੈ। ਦੂਜਾ ਹੈ ਕਿ ਉਹਨਾਂ ਨੂੰ ਨੌਕਰੀ ਦਿੱਤੀ, ਨੌਜਵਾਨਾਂ ਨੂੰ ਪ੍ਰੋਪਰ ਜੇ ਨੌਕਰੀ ਮਿਲੇਗੀ, ਐਜੂਕੇਸ਼ਨ ਮਿਲੇਗੀ, ਚੰਗੀ ਹੈਲਥ ਮਿਲੇਗੀ ਤਾਂ ਲਾਜ਼ਮੀ ਤੌਰ ਤੇ ਇਸ ਮੁੱਦੇ ਤੋਂ ਅਸੀਂ ਹੌਲੀ ਨਿਕਲ ਸਕਦੇ ਹਾਂ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਹੈਲਥ ਦੇ ਉੱਤੇ ਵੀ ਕੰਮ ਕਰ ਰਹੀ ਹੈ, ਐਜੂਕੇਸ਼ਨ ਦੇ ਉੱਤੇ ਵੀ ਕੰਮ ਕਰ ਰਹੀ ਹੈ, ਨਸ਼ਾ ਛਡਾਊ ਕੇਂਦਰਾਂ ਦੇ ਉੱਤੇ ਵੀ ਕੰਮ ਕਰ ਰਹੀ ਹੈ ਔਰ ਉੱਤੋਂ ਸਕੰਜਾ ਵੀ ਕੱਸ ਰਹੀ ਹੈ। ਥੈਂਕ ਯੂ ਵੈਰੀ ਮਚ। 2 ਤਰ੍ਹਾਂ ਦੇ ਕੰਮ ਜਾਰੀ ਨੇ ਸਿੱਧੂ ਸਾਹਿਬ। ਜੀ ਫਿਰ ਮੈਂ ਇਸ ਮੁੱਦੇ ਤੇ ਆਵਾਂਗਾ ਤੁਹਾਡੇ ਵੱਲ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਜੀਤ ਭੁੱਲਰ ਵੀ ਜੁੜ ਚੁੱਕਿਆ। ਭੁੱਲਰ ਸਾਹਿਬ, ਇਸੇ ਮੁੱਦੇ ਤੇ, ਜਿਸ ਮੁੱਦੇ ਤੇ ਗਵਰਨਰ ਦਾ 2 ਰੋਜ਼ਾ ਦੌਰਾ, ਆਮ ਆਦਮੀ ਇਸ ਨੂੰ ਪੋਲੀਟੀਕਲ ਐਂਗਲ ਤੋਂ ਵੀ ਦੇਖ ਰਹੀ ਹੈ, ਪਰ ਪੰਜਾਬ 'ਚ ਜਿਹੜਾ ਨਸ਼ਿਆਂ ਦਾ ਪ੍ਰਕੋਪ ਹੈ, ਜਿਸ ਤਰੀਕੇ ਨਾਲ ਬਾਰਡਰ ਡਿਸਟ੍ਰਿਕਟ ਦੀ ਗੱਲ ਕੀਤੀ ਜਾ ਰਹੀ ਹੈ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਂਝੇ ਮੁਹਿੰਮ ਦੇ ਤੌਰ ਤੇ ਲੜਿਆ ਜਾਏ ਤਾਂ ਇਹਦੇ ਕੋਈ ਨਤੀਜੇ ਸਾਰਥਕ ਆ ਸਕਦੇ ਹੈ। ਜੀ ਹਰਜੀਤ ਭੁੱਲਰ। ਸਿੱਧੂ ਸਾਹਿਬ, ਮੈਂ ਹੁਣੇ ਗੱਲ ਸੁਣ ਰਿਹਾ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਉਹਨਾਂ ਨੇ ਗੱਲ ਰੱਖੀ ਕਿ ਅਸੀਂ ਬੜਾ ਧਿਆਨ ਕਰ ਰਹੇ ਹਾਂ, ਸਰਕਾਰ ਬਹੁਤ ਕੰਮ ਕਰ ਰਹੀ ਹੈ, ਜਿਹੜੇ ਡਰੱਗ ਐਡਿਕਸ਼ਨ ਸੈਂਟਰ ਸੀਗੇ ਉਹਨਾਂ ਉੱਤੇ ਕਿਉਂ ਖਿਆਲ ਕਰ ਰਹੀ? ਬਿਲਕੁਲ ਕਰ ਰਹੀ ਹੈ। CM ਸਾਹਿਬ ਦੇ ਆਪਣੇ ਹਲਕੇ ਦੇ ਵਿੱਚ ਜਿਹੜਾ ਡਰੱਗ ਐਡਿਕਸ਼ਨ ਸੈਂਟਰ ਸੀਗਾ ਉੱਥੇ PG ਖੋਲ ਦਿੱਤਾ ਗਿਆ, ਉੱਥੇ ਡਰੱਗ ਐਡਿਕਸ਼ਨ ਸੈਂਟਰ ਬੰਦ ਕਰਤਾ ਔਰ ਪੰਜਾਬ ਦੇ ਵਿੱਚ ਪਿਛਲੇ 10 ਮਹੀਨਿਆਂ ਦੇ ਵਿੱਚ 11 ਮਹੀਨਾ ਹੋ ਚੱਲੇ ਆ। ਇਹ ਮੈਨੂੰ ਦੱਸ ਦੇਣ ਕਿ 100 ਖਾਨ ਨੂੰ ਕੋਈ ਇੱਕ ਵੀ ਡਰੱਗ ਐਡਿਕਸ਼ਨ ਸੈਂਟਰ ਨੇ ਨਵਾਂ ਖੋਲਿਆ ਹੋਵੇ? ਜਿੰਨੇ ਕਹਿੰਦੇ ਵੀ ਅਸੀਂ ਨੇ ਪਰਚੇ ਦਰਜ ਕਰਤੇ, ਜਿਹੜੇ ਡਰੱਗਸ ਲੈਣ ਵਾਲੇ ਬੱਚੇ ਸੀਗੇ ਉਹਨਾਂ ਨੂੰ ਚੱਕ ਇਹਨਾਂ ਨੇ ਜੇਲ੍ਹਾਂ ਡੱਕਤਾ। ਕੋਈ ਇੱਕ ਵੱਡਾ ਸਮਗਲਰ ਫੜਿਆ ਹੋਵੇ? ਇਹਨਾਂ ਦੇ ਆਪਣੇ ਆਮ ਆਦਮੀ ਪਾਰਟੀ ਦਾ ਇੱਕ ਦਿਨ ਪਹਿਲਾਂ ਜਿਹੜੇ ਹੈਗੇ ਆ ਫਾਟਕ ਜਿਹੜਾ ਇੱਕ ਲੀਡਰ ਹੈ ਉਹ ਗੋਲੀਆਂ ਨਾਲ ਫੜਿਆ ਗਿਆ, ਵਿਦ ਕੈਸ਼ ਫੜਿਆ ਗਿਆ, ਇੱਕ ਹਥਿਆਰਾਂ ਨਾਲ ਫੜਿਆ ਗਿਆ। ਇਹ
ਕਿਹੜੇ ਪਲਾਨ ਉੱਤੇ ਗੱਲ ਕਰ ਰਹੇ ਨੇ। ਔਰ ਜਦੋਂ ਘਰ ਦਾ ਸਿਸਟਮ ਕਮਜ਼ੋਰ ਹੋਵੇ ਤੇ ਦੇਖੋ ਆਂਢ ਗੁਆਂਢ ਤੋਂ ਲੋਕ ਤੇ ਆ ਕੇ ਫਿਰ ਟ੍ਰੈਸਪਾਸਿੰਗ ਕਰਦੇ ਆ, ਉਸ ਘਰ ਦੇ ਵਿੱਚ ਝਾਤੀਆਂ ਵੀ ਮਾਰਨਗੇ। ਤੇ ਜੇ ਗਵਰਨਰ ਸਾਹਿਬ ਅੱਜ ਉੱਥੇ ਜਾ ਕੇ ਬੈਠੇ ਨੇ ਤਾਂ ਇਸੇ ਕਰਕੇ ਬੈਠੇ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਹੈ, ਜਿਹੜਾ ਪੰਜਾਬ ਦਾ ਮੁਖੀਆ ਹੈ ਸਰਕਾਰ ਦਾ, ਉਹਦੇ ਸਿਰਫ ਆਪਣੀਆਂ ਫੋਟੋਆਂ ਛਪਾਉਣ ਦੇ ਉੱਤੇ ਮੁਤਸਰ ਹੈ, ਜਾਂ ਉਹ ਟੂਰਿਜ਼ਮ ਕਰਦੇ ਮੁਤਸਰ ਹੈ। ਕਦੀ ਉਹ ਗਏ ਸ਼ਹਿਰ ਚਲਾ ਗਿਆ, ਕਦੀ ਗਏ ਸ਼ਹਿਰ ਚਲਾ ਗਿਆ, ਕਦੀ ਪ੍ਰਦੇਸ਼ ਚਲਾ ਗਿਆ। ਪੰਜਾਬ ਵੱਲ ਤਾਂ ਧਿਆਨ ਹੀ ਨਹੀਂ। ਤੇ ਜੇ ਪੰਜਾਬ ਸਾਹਿਬ ਉਹ ਕਹਿੰਦੇ ਆ ਕਿ ਫੋਟੋਆਂ ਕੌਣ ਨਹੀਂ ਖਿਚਵਾਉਂਦਾ, ਜ਼ਿੰਮੇਵਾਰੀ ਸਮਝੂਗਾ ਭੁੱਲਰ ਸਾਹਿਬ ਉਹ ਕਹਿੰਦੇ ਆ ਕਿ ਫੋਟੋਆਂ ਕੌਣ ਨਹੀਂ ਖਿਚਵਾਉਂਦਾ, ਪ੍ਰਾਈਮ ਮਿਨਿਸਟਰ ਨਹੀਂ ਖਿਚਵਾਉਂਦੇ ਰਹੇ ਜਾਂ ਪਿਛਲੀਆਂ ਸਰਕਾਰਾਂ ਦੇ ਜਿਹੜੇ ਚੀਫ ਮਿਨਿਸਟਰ ਉਹ ਨਹੀਂ ਖਿਚਵਾਉਂਦੇ ਰਹੇ। ਇਸ ਗੱਲ ਤੋਂ ਨਹੀਂ ਆਏ ਸੀਗੇ ਪ੍ਰਾਈਮ ਮਿਨਿਸਟਰ ਖਿਚਾਉਂਦਾ ਖਿਚਾਈ ਜਾਵੇ। ਇਹਨਾਂ ਲੋਕਾਂ ਨੇ ਤੇ ਇਸੇ ਨੂੰ ਕੰਡੈਮ ਕੀਤਾ ਸੀ ਵੀ ਬਾਦਲ ਸਾਹਿਬ ਦੀ ਫੋਟੋ 108 ਵਾਲੀ ਤੇ ਕਿਉਂ ਲੱਗੀ, ਕੈਪਟਨ ਸਾਹਿਬ ਦੀ ਫੋਟੋ ਫਲਾਣੀ ਥਾਂ ਤੇ ਕਿਉਂ ਲੱਗੀ। ਇਹ ਤੇ ਹੁਣ ਲੋਕਾਂ ਨੇ ਕੱਛਾਂ ਉੱਤੇ ਵੀ ਫੋਟੋ ਲਾਉਣ ਲੱਗ ਗਏ। ਇਹਦੇ ਕੱਲ ਨੂੰ ਇਹ ਕਹਿਣਗੇ ਜਿਹੜੀ ਤੇ ਕਮੀਜ਼ ਪਾ ਕੇ ਵੀ ਜਾਂਦੇ ਜੇ ਤੇ ਭਗਵੰਤ ਮਾਨ ਦੀ ਫੋਟੋ ਹੋਣੀ ਚਾਹੀਦੀ ਹੈ ਉਸ ਦੇ ਇਹ ਹਾਲਾਤ ਕਰਤੇ। ਜਿਹੜੀ ਸਰਕਾਰੀ ਡੈਰੀ ਛਪਦੀ ਸੀ ਜਿਹਦੇ ਉੱਤੇ ਪੰਜਾਬ ਦਾ ਲੋਗੋ ਹੁੰਦਾ ਸੀ ਸਰਕਾਰ ਦਾ। ਚਲੋ ਪੁਲਿਸ ਸਾਹਿਬ ਆਪਣਾ ਫੋਕਸ ਜਿਹੜਾ ਤਸਵੀਰਾਂ ਵੱਲਾਂ ਚਲਾ ਜਾਏ। ਸਿਰਫ ਆਪਣਾ ਖਿਆਲ ਹੀ ਇਸ ਕਰਕੇ ਹੈ। ਥੈਂਕ ਯੂ। ਆਪਾਂ ਦੇ ਹੁਣ ਸਿਰਫ ਫੋਟੋਆਂ ਲਵਾਉਣੀਆਂ, ਇਸ ਤੋਂ ਸਿਵਾਏ ਕੁਝ ਨਹੀਂ ਹੈਗਾ ਸਾਡੇ ਕੋਲ। ਮਿਹਰਬਾਨੀ ਪੁਲਿਸ ਜੀ, ਤੁਹਾਡੀ ਗੱਲ ਆ ਗਈ। ਲੈਣੇ ਹੈ ਫਿਰ ਤੁਹਾਡੇ ਟ੍ਰੈਸਪਾਸਿੰਗ ਤੇ ਹੋਣੀ ਹੈ। ਤੁਹਾਡਾ ਵੀ ਬਣ ਆ ਗਿਆ, ਤੁਹਾਡਾ ਵੀ ਬਣ ਆ ਗਿਆ। ਗੱਲ ਕੰਪਲੀਟ ਹੋਣ ਤੇ ਤੁਸੀਂ ਬਹੁਤ ਟਾਈਮ ਬਾਅਦ ਮੈਨੂੰ ਟਾਈਮ ਦਿੱਤਾ। ਓਕੇ। ਦੂਜੇ ਪਾਸੇ ਬੀਜੇਪੀ ਦੇ ਮੇਰੇ ਜਿਹੜੇ ਬੁਲਾਰੇ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਗਵਰਨਰ ਉਹ ਪਹੁੰਚ ਗਏ ਉੱਥੇ, ਲੇਕਿਨ ਜਿਹੜਾ ਡਰੱਗ ਹੈਲੋ ਜੀ ਆਵਾਜ਼ ਆ ਰਹੀ ਹੈ ਪੁਲਿਸ ਸਾਹਿਬ ਤੁਹਾਡੀ? ਆ ਨਹੀਂ ਰਹੀ ਸਰ ਸਾਹਿਬ, ਇਹਨਾਂ ਦੀ ਆਵਾਜ਼ ਬ੍ਰੇਕ ਹੋ ਗਈ ਹੈ। ਜੀ ਪੁਲਿਸ ਸਾਹਿਬ ਤੁਹਾਡੀ ਆਵਾਜ਼ ਜਿਹੜੀ ਟੈਕਨੀਕਲ ਵਜ੍ਹਾ ਕਰਕੇ ਸਾਡੀ ਟੀਮ ਸੰਪਰਕ ਕਰ ਰਹੀ ਹੈ। ਜੀ ਪੁਲਿਸ ਸਾਹਿਬ। ਦੂਜੇ ਪਾਸੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਸੀਗੇ, ਮੈਂ ਉਹਨਾਂ ਦੀ ਗੱਲ ਪੁੱਛਣੀ ਚਾਹੁੰਦਾ ਹੈ। ਉਹਨਾਂ ਨੇ ਗਵਰਨਰ ਸਾਹਿਬ ਦੇ ਉੱਥੇ ਜਾਣ ਦੀ ਚਲੋ ਕੀਤੀ ਕਿ ਉਹਨਾਂ ਨੇ ਜਾਣਾ ਚਾਹੀਦਾ ਸੀਗਾ ਕਿਉਂਕਿ ਇਹਨਾਂ ਦੇ ਕੰਟਰੋਲ 'ਚ ਕੁਝ ਹੈ ਨਹੀਂ। ਮੈਂ ਮੰਨ ਗਿਆ ਉਸ ਚੀਜ਼ ਨੂੰ, ਇੱਥੇ ਕੰਟਰੋਲ 'ਚ ਨਹੀਂ ਹੈ, ਲੇਕਿਨ ਜਿਹੜੀ ਸਰਹੱਦ ਹੈ ਉਹ ਤੇ ਇਹਨਾਂ ਦੇ ਕੰਟਰੋਲ 'ਚ ਹੈ, ਹੁਣ ਸੈਂਟਰ ਦੇ ਕੰਟਰੋਲ 'ਚ ਹੈ। BSF ਦੇ ਉੱਥੇ 50 ਕਿਲੋਮੀਟਰ ਤੱਕ BSF ਆਉਂਦੀ ਹੈ ਤੇ ਫਿਰ ਉੱਥੇ ਗਵਰਨਰ ਸਾਹਿਬ ਨੂੰ ਜਾ ਕੇ ਅਗਰ ਕੰਮ ਕਰਨਾ ਪੈ ਰਿਹਾ ਹੈ ਤੇ ਇੱਕ ਮਿੰਟ ਸੈਂਟਰ ਸਰਕਾਰ ਵੀ ਕਿਤੇ ਨਾ ਕਿਤੇ ਫੇਲ ਹੀ ਹੋਣਾ, ਸੈਂਟਰ ਸਰਕਾਰ ਦਾ ਵੀ। ਤੇ ਦੂਜਾ ਜਿਹੜਾ ਅਡਾਨੀ ਦੀ ਪੱਤਰਕਾਰ ਤੋਂ ਆ ਰਿਹਾ ਹੈ ਡਰੱਗਸ, ਉਹ ਤੇ ਕਦੋਂ ਠੱਲ ਪਊਗੀ, ਉਹ ਕਦੋਂ ਬੰਦ ਹੋਊਗਾ? 2-3 ਵਾਰੀ ਦੇ ਅਖਬਾਰਾਂ ਦੇ ਵਿੱਚ ਆ ਗਿਆ, ਮੀਡੀਆ 'ਚ ਆ ਗਿਆ, ਲੇਕਿਨ ਕੋਈ ਦੱਬਦਾ। ਲੇਕਿਨ ਕਰੋੜਾਂ ਡਰੱਗਸ ਅਡਾਨੀ ਦੀ ਪੱਤਰਕਾਰ ਤੋਂ ਜਿਹੜਾ ਸਮਗਲ ਹੋ ਕੇ ਆ ਰਿਹਾ ਹੈ ਔਰ ਅੱਗੇ ਪੰਜਾਬ 'ਚ ਪਹੁੰਚ ਰਿਹਾ ਹੈ, ਉੱਥੇ ਕਦੋਂ ਤੁਸੀਂ ਛੁੱਟੀਆਂ ਲਾਓਗੇ, ਉਹਨੂੰ ਕਦੋਂ ਤੁਸੀਂ ਬੰਦ ਕਰੋਗੇ? ਇਹਦੇ ਬਾਰੇ ਵਿੱਚ ਜਵਾਬ ਤੇ ਬਣਦੀ ਹੈ। ਪੁਲਿਸ ਸਾਹਿਬ ਹੁਣ ਤਾਂ ਤੁਹਾਡੀ ਗੱਲ ਮੁਕੰਮਲ ਹੋ ਗਈ। ਹੁਣ ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਤੁਹਾਨੂੰ ਫੇਲ ਹੋ ਰਿਹਾ ਇਸ ਗੱਲ ਦੇ ਵਿੱਚ। ਔਰ ਇਹ ਲੋਕ ਪੰਜਾਬ ਨੂੰ ਡੋਬਣ ਲੱਗੇ ਹੋਏ ਨੇ ਤੁਹਾਨੂੰ ਮਿਲ ਕੇ। ਪੰਜਾਬ ਦਾ ਤੁਹਾਡਾ ਵੀ ਪੁਆਇੰਟ ਆ ਗਿਆ ਪੁਲਿਸ ਸਾਹਿਬ, ਤੁਹਾਡਾ ਮੁਕੰਮਲ ਵੀ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਨਾਰੰਗ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਨਾਰੰਗ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਨਸ਼ੇ ਦੀ ਜਾਂ ਬਾਰਡਰ ਡਿਸਕ ਦੀ, ਕਿਧਰ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਜਿਹੜਾ ਬਾਰਡਰ ਹੈਗਾ ਸਿੱਧੇ ਤੌਰ ਤੇ BSF ਦੇ ਕੰਟਰੋਲ 'ਚ ਹੈ। ਤੇ ਫਿਰ ਸਵਾਲ ਜਦੋਂ BSF ਦਾ ਆਉਂਦਾ ਤਾਂ ਕੇਂਦਰ ਦੇ ਉੱਤੇ ਵੀ ਸਵਾਲ ਉੱਠਦੇ ਹੈ ਜੇ ਨਸ਼ਿਆਂ ਦਾ ਉੱਥੇ ਕਾਰੋਬਾਰ ਬੰਦ ਨਹੀਂ ਹੋ ਰਿਹਾ, ਬਾਰਡਰ ਜਿਹੜਾ ਨਸ਼ਿਆਂ ਦੇ ਕਰਕੇ ਬਹੁਤ ਬੁਰੀ ਤਰ੍ਹਾਂ ਮਾਰ ਖਾ ਰਿਹਾ, ਤਾਂ ਫਿਰ ਕੇਂਦਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਰਾ ਏਰੀਆ BSF ਦੇ ਅੰਡਰ ਆਉਂਦਾ। ਉਹ ਸਿੱਧ ਸਾਹਿਬ ਐਸਾ ਹੈ ਜਿਹੜਾ ਕ੍ਰਾਸ ਬਾਰਡਰ ਤੋਂ ਆਪਾਂ ਜੇ ਕਹਿੰਦੇ ਜਿਹੜਾ ਨਾਰਕੋਟਿਕਸ ਆ ਰਿਹਾ ਜੀ, ਉਹ ਸਾਰੀ ਜਿਹੜੀ ਸਪਲਾਈ ਆ ਉਹ ਡਰੋਨ ਦੇ ਨਾਲ ਆ। ਇਹਨਾਂ ਲੋਕਾਂ ਨੇ ਚਲੋ ਐਲੀਗੇਸ਼ਨ ਲਗਾਉਣੇ ਬੜੇ ਸੌਖੇ ਹੁੰਦੇ ਆ, ਉਹ ਡਰੋਨ ਦੇ ਵਿੱਚ ਹਲੇ ਟੈਕਨੋਲੋਜੀ ਦੇ ਅਕੋਰਡਿੰਗ ਗਵਰਨਮੈਂਟ ਕੰਮ ਕਰ ਰਹੀ ਆ। ਕਿਉਂਕਿ ਉਹਨਾਂ ਕੋਲ ਪੁਰਾਣੇ ਵਰਗੀ ਸਮਗਲਿੰਗ ਨਹੀਂ ਹੁੰਦੀ ਕਿ ਕਿਸੇ ਨੇ ਪੈਕੇਟ ਸਿੱਟ ਦਿੱਤਾ ਜਾਂ ਉਹ ਕਰਤਾ। ਉਹਨੂੰ ਡਰੋਨ ਦੇ ਰਾਹੀਂ ਹੈ, ਜਿਹੜਾ ਇੱਥੇ ਪਾਕਿਸਤਾਨ 'ਚ ਬੰਦਾ ਬੈਠਾ ਉੱਥੋਂ ਡਰੋਨ ਨਾਲ ਉਡਾਉਂਦਾ ਤੇ ਇੱਥੇ ਉਹਦਾ ਸਿਸਟਮ ਜੋ ਵੀ ਇਹਨਾਂ ਦੇ ਆਪਸ ਦੇ ਸਮਗਲਰਸ ਦੇ ਲਿੰਕ ਹੈ ਤੇ ਸੈਂਟਰ ਦੀ ਸਰਕਾਰ ਇਹਦੇ ਤੇ ਪੂਰਾ ਪਹਿਰਾ ਦੇ ਰਹੀ ਆ। ਪਰ ਜਿਹੜਾ ਉੱਥੋਂ ਨਸ਼ਾ ਉਹ ਤੋਂ ਬਾਅਦ ਜੇ ਪੰਜਾਬ 'ਚ ਵਿਕਦਾ ਆ ਉਹਦੇ ਲਈ ਸੂਬੇ ਦੀ ਸਰਕਾਰ ਜ਼ਿੰਮੇਵਾਰ ਆ। ਮੈਂ ਭੁੱਲਰ ਸਾਹਿਬ ਦੀ ਇਸ ਗੱਲ ਦੀ ਕਦਰ ਕਰਦਾ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਦੇਖੋ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਉਹ ਜ਼ਿੰਮੇਵਾਰੀ ਹੈ, ਉਹਦੇ ਤੇ ਪੂਰਾ BSF ਪੂਰਾ ਪਹਿਰਾ ਦੇ ਰਹੀ ਆ। ਜਿਹੜੀ ਕਿ ਉਹਦੇ 'ਚ ਕੋਈ ਕਮੀਆਂ ਹੋਣਗੀਆਂ ਦੂਰ ਕੀਤੀਆਂ ਜਾਣਗੀਆਂ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਦੇ, ਪਰ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਹੁਣ ਭੀਮਿੰਦਰ ਜੀ ਨੇ ਮੰਨਿਆ ਕਿ ਅਸੀਂ ਉਹਦਾ ਸਵਾਗਤ ਕਰਦੇ ਹਾਂ ਜੀ, ਸਾਨੂੰ ਇਹ ਕਰਨਾ ਚਾਹੀਦਾ ਤੇ ਅਸੀਂ ਵੀ ਤਾਂ ਇਹੀ ਕਹਿ ਰਹੇ ਹਾਂ ਕਿ ਭਾਈ ਸਾਹਿਬ ਤੁਹਾਡੇ ਕੋਲ ਨਹੀਂ ਹੋ ਰਿਹਾ, ਗਵਰਨਰ ਸਾਹਿਬ ਬੀਇੰਗ ਕਸਟੋਡੀਅਨ ਆਫ ਦ ਸਟੇਟ ਉੱਥੇ ਜਾ ਕੇ ਉਹਨੂੰ ਕਰ ਰਹੇ ਨੇ, ਤੁਸੀਂ ਉਹਨਾਂ ਦਾ ਸਾਥ ਦਿਓ। ਇਹਦੇ ਤੇ ਪੋਲੀਟੀਕਲ ਬਿਆਨਬਾਜ਼ੀ ਨਾ ਕਰੋ, ਇਹ ਪੋਲੀਟੀਕਲ ਬਿਆਨਬਾਜ਼ੀ ਦਾ ਮੁੱਦਾ ਨਹੀਂ ਹੈ। ਥੈਂਕ ਯੂ ਨਾਨਕ ਸਾਹਿਬ। ਜੇ ਤੁਹਾਡੀ ਸਰਕਾਰ ਦੇ ਅਫਸਰ ਉੱਤੇ ਹੈਗੇ ਨੇ ਤੁਸੀਂ ਉਹਨਾਂ ਦਾ ਸਾਥ ਦਿਓ। ਜੀ ਥੈਂਕ ਯੂ। ਤੁਹਾਡਾ ਵੀ ਪੁਆਇੰਟ ਆ ਗਿਆ। ਖੜਿਆਲ ਜੀ, ਇਸੇ ਮਾਮਲੇ ਤੇ ਇੱਕ ਸਵਾਲ ਤੁਹਾਡੇ ਤੋਂ ਬੰਦ ਹੋਏਗਾ। ਭੁੱਲਰ ਸਾਹਿਬ ਜਦੋਂ ਉਹਦੇ ਤੇ ਡਿਬੇਟ ਕਰਾਂਗੇ ਤੁਹਾਡੇ ਤੇ ਵੀ ਬੜੇ ਕੁਐਸਚਨ ਨੇ, ਆਪਾਂ ਉਸ ਮੁੱਦੇ ਤੇ ਵੀ ਡਿਬੇਟ ਕਰਾਂਗੇ। ਜਿਹੜੇ ਅੱਜ ਦਾ ਟੌਪਿਕ ਆ, ਜਿਹੜਾ ਅੱਜ ਦਾ ਟੌਪਿਕ ਆ, ਪੱਤਰਕਾਰ ਤੋਂ ਜਿਹੜਾ ਨਸ਼ਾ ਆ ਰਿਹਾ ਹੈ
ਉੱਥੇ ਕਦੋਂ ਭੁੱਲਰ ਚੈੱਕ ਕੀਤਾ ਸਾਹਿਬ ਜਾਏਗਾ, ਕਿੱਦਾਂ- ਉਹਦੇ ਤੇ ਕਦੋਂ ਪਰਚਾ ਦਰਜ ਹੋਏਗਾ, ਉਹਦੀ ਜ਼ਿੰਮੇਵਾਰੀ ਕਦੋਂ ਫਿਕਸ ਕਰੋਗੇ ਤੁਸੀਂ? ਭੁੱਲਰ ਸਾਹਿਬ ਕਹਿ ਰਹੇ ਜਿਹੜਾ ਜਿਹੜੀਆਂ- ਅਡਾਨੀ ਦੀ ਬੰਦਰਗਾਹ ਤੋਂ ਆ ਰਿਹਾ, ਕਹਿੰਦੇ ਉਹਦਾ ਮਾਮਲਾ ਵੀ ਆਉਂਦਾ ਕਿਉਂਕਿ ਨਸ਼ਿਆਂ ਨਾਲ ਗੱਲ ਤਾਂ ਉਹ ਵੀ ਜੁੜਦੀ ਹੈ, ਇਹ ਕਹਿ ਰਹੇ ਨਾਰੰਗ ਸਾਹਿਬ, ਭੁੱਲਰ ਸਾਹਿਬ। ਦੇਖੋ ਹਾਂ, ਮੈਂ ਉਹੀ ਕਹਿ ਰਿਹਾ, ਹੁਣ ਅਕਾਲੀ ਦਲ ਨੂੰ ਆਪਣੀ ਲੱਭੀ ਕੋਈ ਜ਼ਮੀਨ ਤਾਂ ਲੱਭਣੀ ਹੈ। ਜਿਹੜਾ ਅਡਾਨੀ ਦੀ ਬੰਦਰਗਾਹ ਤੇ ਗੁਜਰਾਤ ਦੇ ਵਿੱਚ ਨਾਰਾਇਣ ਸਾਹਿਬ ਤੁਹਾਡੀ ਜ਼ਮੀਨ ਕਿਹੜੀ ਹੈ? ਤੁਸੀਂ ਉਹਦੀ ਕਿਹੜੀ ਗੱਲਾਂ ਕਰ ਰਹੇ ਹੋ? ਸਿੱਧੂ ਸਾਹਿਬ ਨੂੰ ਥੋੜਾ ਜਿਹਾ ਐਟੀਕੇਟਸ ਭੁੱਲਰ ਸਾਹਿਬ ਨੂੰ ਸਿਖਾ ਦਿਓ ਕਿ ਵਿੱਚ ਨਹੀਂ ਬੋਲੀਦਾ ਹੁੰਦਾ। ਭੁੱਲਰ ਸਾਹਿਬ ਕੋਈ ਐਟੀਕੇਟਸ ਡਿਬੇਟ ਦਾ ਸਿੱਖ ਲਓ, ਕਿਸੇ ਦੇ ਵਿੱਚ ਨਹੀਂ ਬੋਲੀਦਾ ਹੁੰਦਾ। ਭੁੱਲਰ ਸਾਹਿਬ ਕਿਸੇ ਦੇ ਵਿੱਚ ਨਹੀਂ ਬੋਲੀਦਾ ਹੁੰਦਾ। ਜ਼ਮੀਨਾਂ ਦੀ ਗੱਲਾਂ ਕਰਦੇ ਹੋ? ਤੁਹਾਡੀ ਜ਼ਮੀਨ ਤੁਸੀਂ ਪਹਿਲਾਂ ਪੰਜਾਬ ਦੇ ਵਿੱਚ ਸਵਾਏ ਅਕਾਲੀ ਦਲ ਦੇ ਉੱਤੇ ਪੈਰ ਰੱਖ ਕੇ ਚੜ੍ਹਦੇ ਰਹੇ ਹਮੇਸ਼ਾ ਤੁਹਾਡੀ, ਉਸ ਤੋਂ ਸਵਾਏ ਤੁਹਾਡੀ ਜ਼ਮੀਨ ਕਿਹੜੀ ਹੈ ਇੱਥੇ? ਭੁੱਲਰ ਸਾਹਿਬ ਤੁਹਾਡਾ ਵੀ ਕਮੈਂਟ ਆ ਗਿਆ। ਨਾਰੰਗ ਸਾਹਿਬ ਬਾਕੀ ਮਹਿਮਾਨਾਂ ਤੋਂ ਵੀ ਮੈਂ ਕਮੈਂਟ ਲੈਣੇ ਆ। ਭੁੱਲਰ ਸਾਹਿਬ ਦੀ ਗੱਲ ਆ ਕਿ ਸਿੱਧੂ ਸਾਹਿਬ ਇੱਕ ਰਿਕੁਐਸਟ ਜ਼ਰੂਰ ਕਰਾਂਗੇ, ਭੁੱਲਰ ਸਾਹਿਬ ਨੂੰ ਥੋੜਾ ਜਿਹਾ ਕਹੋ ਡਿਬੇਟ ਤੇ ਜਦੋਂ ਅਸੀਂ ਇਹਨਾਂ ਦੀ ਗੱਲ ਸੁਣਦੇ ਆ ਨਾ ਤੇ ਦੂਸਰੀ ਗੱਲ ਸੁਣਨ ਦਾ ਮਾਦਾ ਰੱਖਿਆ ਕਰਨ। ਆ ਗਈ ਗੱਲ, ਉਹਨਾਂ ਦੀ ਗੱਲ ਆ ਗਈ। ਮਾਤਾ ਰੱਖਿਆ ਹੋਇਆ, ਅਸੀਂ ਗਲਤ ਨਾ ਬੋਲੋ ਤੁਸੀਂ। ਤੁਹਾਨੂੰ ਸਵਾਲ ਕੀਤਾ ਸਿੱਧੂ ਸਾਹਿਬ ਕਿ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਸ਼ਰਾਬ ਵੀ ਨਹੀਂ ਕਰਦੇ। ਤੁਸੀਂ ਅਡਾਨੀ ਦੇ ਖਿਲਾਫ ਕਿਵੇਂ ਕਾਰਵਾਈ ਕਰੋਗੇ? ਆ ਗਈ ਗੱਲ ਭੁੱਲਰ ਸਾਹਿਬ, ਤੁਹਾਡੀ ਗੱਲ ਆ ਗਈ ਹੈ। ਆਪਾਂ ਜਵਾਬ ਲੈ ਲਈਏ ਨਾਰੰਗ ਸਾਹਿਬ ਤੋਂ। ਜੀ ਨਾਰੰਗ ਸਾਹਿਬ। ਦੇਖੋ ਆਪਣਾ ਸਿੱਧੂ ਸਾਹਿਬ, ਮੈਂ ਕਹਿ ਰਿਹਾ ਕਿ ਉੱਥੇ ਦੀ ਜੇ ਕੋਈ ਸਰਕਾਰ ਦੇ ਕੋਈ ਕਾਰਵਾਈ ਹੋਈ ਹੈ, ਜੇ ਉੱਥੇ ਕੋਈ ਨਾਰਕੋਟਿਕ ਆਇਆ ਤਾਂ ਉੱਥੇ ਦੀ ਸਰਕਾਰ ਉਹਦੇ ਤੇ ਕਾਰਵਾਈ ਕਰੇਗੀ। ਆਪਾਂ ਗੱਲ ਪੰਜਾਬ ਦੀ ਔਰ ਪੰਜਾਬ ਦੇ ਰਾਜਪਾਲ ਦੇ ਦੌਰੇ ਦੀ ਕਰ ਰਹੇ ਹਾਂ। ਭੁੱਲਰ ਸਾਹਿਬ ਨੂੰ ਡਿਬੇਟ ਭਟਕਾਉਣ ਕੇ ਉਹ ਰੌਲਾ ਪਾ ਕੇ ਜੀ ਆਦਤਾਂ ਨੇ। ਜਿਹੜੀ ਜ਼ਮੀਨ ਦੀ ਗੱਲ ਕਰਦੇ ਨੇ ਨਾ, ਦੇਖੋ ਸਰ ਵਿੱਚ ਨਾ ਬੋਲੋ ਭੁੱਲਰ ਸਾਹਿਬ, ਵਿੱਚ ਨਾ ਬੋਲੋ, ਵਿੱਚ ਨਾ ਬੋਲੋ। ਲੈ ਕੇ ਆ ਰਿਹਾ ਨਸ਼ਾ ਪੰਜਾਬ ਚ ਅਡਾਨੀ ਦੇ ਉੱਪਰ ਵੀ ਆ ਰਿਹਾ। ਤੁਸੀਂ ਅਡਾਨੀ ਨੂੰ ਬਚਾਉਣਾ ਕਿਉਂਕਿ ਤੁਹਾਡਾ ਤੁਸੀਂ ਵਿੱਚ ਨਾ ਬੋਲੋ। ਜਿਹੜੀ ਜ਼ਮੀਨ ਦੀਆਂ ਗੱਲਾਂ ਕਰਦੇ ਹੋ ਨਾ, ਤੁਹਾਡੇ ਜਿਹੜੇ ਐਮਐਲਏ ਸਾਡੇ ਵੀ ਪੰਜਾਬ ਚ ਹੈਗੇ ਨੇ। ਜਿਹੜੀ ਜ਼ਮੀਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਨਾ, ਤੇ 2 ਐਮਐਲਏ ਨੇ ਤੁਹਾਡੇ ਕੋਲ ਤੇ ਭਾਰਤੀ ਜਨਤਾ ਪਾਰਟੀ ਦੇ ਕੋਲ ਵੀ ਹੁੰਦੇ ਨੇ। ਇਹ ਗੱਲਾਂ ਨਾ ਕਰਿਆ ਕਰੋ। ਖਤਮ ਹੋ ਗਿਆ ਅਕਾਲੀ ਦਲ, ਖਤਮ ਹੋ ਗਿਆ ਅਕਾਲੀ ਦਲ, ਖਤਮ ਹੋ ਗਿਆ ਅਕਾਲੀ ਦਲ। ਪਤਾ ਕਿਉਂ ਗਿਆ ਅਕਾਲੀ ਦਲ ਪੰਜਾਬ ਚ? ਅਕਾਲੀ ਦਲ ਖਤਮ ਹੋ ਚੁੱਕਾ। ਕਾਂਗਰਸੀਕਰਨ ਹੋ ਗਿਆ ਬੀਜੇਪੀ ਦਾ ਵੀ। ਬੀਜੇਪੀ ਵੀ ਕਿਤੇ ਹੈ ਨਹੀਂ, ਤੁਹਾਡੇ ਵਰਗੇ ਦੀ ਕੋਈ ਕੀਮਤ ਨਹੀਂ। ਸਟੇਜਾਂ ਉੱਤੇ ਬੈਠਦੇ ਕਾਂਗਰਸੀ, ਤੁਹਾਨੂੰ ਕੌਣ ਪੁੱਛਦਾ? ਚਲੋ ਆਪਾਂ ਮੁੱਦੇ ਤੇ ਰਹੀਏ। ਭੁੱਲਰ ਸਾਹਿਬ ਤੁਹਾਡਾ, ਨਾਰੰਗ ਸਾਹਿਬ ਦੋਨਾਂ ਦਾ ਵਿਊ ਪੁਆਇੰਟ ਆ ਕੇ ਮੈਂ ਫਿਰ ਮੌਕਾ ਦਿਆਂਗਾ। ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਖਡਿਆਲ ਸਾਹਿਬ। ਖਡਿਆਲ ਸਾਹਿਬ ਇਸੇ ਮੁੱਦੇ ਤੇ ਜਿੱਥੇ ਆਪਾਂ ਆਪ ਦੀ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ, ਸਵਾਲ ਬਾਰਡਰ ਮਾਮਲਿਆਂ ਨੂੰ ਲੈ ਕੇ ਵੀ ਉੱਠ ਰਿਹਾ ਕਿ BSF ਦਾ ਉੱਥੇ ਕੰਟਰੋਲ ਹੈ, ਪਰ ਨਾਰੰਗ ਜੀ ਦਾ ਕਹਿਣਾ ਹੈ ਕਿ BSF ਜਿਹੜੀ ਹੈਗੀ ਸੀਮਿਤ ਹੱਦ ਤੱਕ ਕਾਰਵਾਈ ਕਰਦੀ ਹੈ, ਪਰ ਜਿਸ ਤਰ੍ਹਾਂ ਦਾ ਵਰਤਾਰਾ ਉਹਦੇ 'ਚ ਆਮ ਆਦਮੀ ਪਾਰਟੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਲਮ ਹੀ ਨਹੀਂ ਹੈ ਕਿ ਸਿਸਟਮ ਚੱਲਦਾ ਕਿਵੇਂ ਹੈ। ਇਹਨਾਂ ਨੂੰ ਲੱਗਦਾ ਹੈ, ਇਹਨਾਂ ਦਾ ਬਿਆਨ ਦੇਖੋ ਕੀ ਹੈ ਵੀ BSF ਦਾ ਬਾਰਡਰ ਤੇ ਕਬਜ਼ਾ ਹੈ। ਦੇਖੋ ਜਿਹੜੀ ਵੀ ਫੋਰਸ ਹੈ ਸਿਕਿਉਰਿਟੀ ਦੀ ਦੇਸ਼ ਦੀ, ਉਹਦੇ ਜਦੋਂ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ, ਉਹਦਾ ਰਿਗਾਰਡ ਕਰਨਾ ਚਾਹੀਦਾ, ਉਹਨਾਂ ਨੂੰ ਸਲੂਟ ਕਰਨਾ ਚਾਹੀਦਾ। ਇਹ ਫੋਰਸਿਸ ਨਹੀਂ ਪੋਲਿਟਿਕਸ ਕਰਦੀਆਂ, ਸਰਕਾਰਾਂ ਕਰਦੀਆਂ, ਪਾਰਟੀਆਂ ਕਰਦੀਆਂ। ਸੋ ਆਮ ਆਦਮੀ ਪਾਰਟੀ ਦੇ ਇਸ ਬਿਆਨ ਦੀ ਅਸੀਂ ਨਿੰਦਾ ਕਰਦੇ ਹਾਂ। ਫੋਰਸ ਨੂੰ ਨਾ ਕੰਡੈਮ ਕਰੋ, ਤੁਸੀਂ ਪਾਰਟੀ ਨੂੰ ਕੰਡੈਮ ਕਰੋ ਜੋ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰਦੀ ਹੈ। ਸ਼ਾਇਦ ਜਿਹੜਾ ਖਡਿਆਲ ਸਾਹਿਬ ਉਹ ਕਹਿ ਰਿਹਾ ਕਿ BSF ਦੇ ਕੰਟਰੋਲ ਵਿੱਚ ਹੈ, ਇਸ ਕਰਕੇ ਜ਼ਿੰਮੇਵਾਰੀ BSF ਦੀ ਬਣਦੀ ਹੈ, ਇਹ ਕਹਿ ਰਹੇ। ਦੇਖੋ ਨਹੀਂ ਸਿੱਧੂ ਸਾਹਿਬ, ਬਿਆਨ ਇਹਨਾਂ ਦਾ ਇਹ ਸੀਗਾ ਕਿ BSF ਦਾ ਕਬਜ਼ਾ ਹੈ ਬਾਰਡਰ ਤੇ। ਇਹ ਬਿਆਨ ਆਪਾਂ ਚਲੋ ਆਪਾਂ ਜਵਾਬ ਲੈਣੇ ਉਹਨਾਂ, ਤੁਸੀਂ ਆਪਣਾ ਵਿਊ ਪੁਆਇੰਟ ਮੁਕੰਮਲ ਕਰੋ। ਦੂਜੀ ਗੱਲ ਪਤਾ ਕੀ ਹੈ ਸਿੱਧੂ ਸਾਹਿਬ, ਗੱਲ ਇਹ ਹੈ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ BSF ਨੇ ਲੋਕਲ ਇੰਟੈਲੀਜੈਂਸ ਨਾਲ ਕੋਆਰਡੀਨੇਟ ਕਰਨਾ ਹੁੰਦਾ ਹੈ, ਜਿਹੜੀ ਪੰਜਾਬ ਦੀ ਇੰਟੈਲੀਜੈਂਸ ਹੈ, ਜਿਹਦੇ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਹੀ ਨਹੀਂ, ਇਹਨਾਂ ਨੂੰ ਇਹ ਦੱਸ ਨਹੀਂ ਪਾ ਰਹੇ, ਤੇ ਤਾਂ ਹੀ ਕਰਕੇ ਤਾਂ ਗਵਰਨਰ ਸਾਹਿਬ ਨੂੰ ਜਾਣ ਦੀ ਲੋੜ ਪੈ ਰਹੀ ਹੈ। ਉਹ ਜਾ ਕੇ ਇਸੇ ਚੀਜ਼ ਦਾ ਤਾਂ ਜਾਇਜ਼ਾ ਲੈ ਰਹੇ ਹੈ, ਇਹੀ ਚੀਜ਼ ਤਾਂ ਕਨਫਰਮ ਕਰ ਰਹੇ ਹੈ ਵੀ ਕੋਆਰਡੀਨੇਸ਼ਨ BSF ਤੇ ਇੰਟੈਲੀਜੈਂਸ ਕਿਹੜੀ ਹੈ, BSF ਤੇ ਪੁਲਿਸ ਚ ਕਿਹੜੀ ਹੈ, ਕਿਉਂਕਿ BSF ਨੂੰ CRPC ਦੀ ਜਿਹੜੀ ਪਾਵਰ ਹੈ ਉਹ ਵੀ ਦਿੱਤੀ ਹੋਈ ਹੈ। ਨਾਲੇ ਦੂਜਾ ਇਹ ਆਪਣਾ ਆਮ ਆਦਮੀ ਪਾਰਟੀ ਨੂੰ ਮੈਂ ਇੱਕ ਗੱਲ ਪੁੱਛਦਾ ਹੈ, ਤੁਸੀਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ, ਨਸ਼ੇ ਤੇ ਆਹ ਕਰਨਾ ਉਹ ਕਰਨਾ ਹੈ, ਕਰਦੇ ਕਿਉਂ ਨਹੀਂ? ਇੱਕ ਵੀ ਤੁਸੀਂ ਆਲ ਪਾਰਟੀ ਮੀਟ ਨਹੀਂ ਬੁਲਾਈ। ਪੰਜਾਬ 'ਚ ਸਭ ਤੋਂ ਵੱਡਾ ਕੋਈ ਮੁੱਦਾ ਤੇ ਨਸ਼ਿਆਂ ਦਾ ਹੈ ਜਾਂ ਬੇਅਦਬੀ ਦਾ ਹੈ। ਆਪਾਂ ਜਵਾਬ ਲੈ ਲਈਏ ਖਿਆਲ ਸਾਹਿਬ, ਜਵਾਬ ਲੈ ਲਈਏ। ਕੰਕਲੂਡ ਕਰ ਰਹੇ ਸਿੱਧੂ ਸਾਹਿਬ, ਕੰਕਲੂਡ ਕਰ ਰਹੇ ਜੀ। ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹਨਾਂ ਨੇ ਕੋਈ ਡਿਸਕਸ਼ਨ ਨਹੀਂ ਰੱਖੀ ਐਕਸਕਲੂਸਿਵਲੀ ਇਹ ਤੇ ਇਕਲੌਤੇ ਤੌਰ ਤੇ ਜੇ ਇਹਨਾਂ ਦੇ ਲੀਡਰ ਬੋਲਣ ਦੀ ਕੋਸ਼ਿਸ਼ ਕਰਦੇ ਆਮ ਆਦਮੀ ਪਾਰਟੀ ਦੇ MLA, ਉਹਨਾਂ ਨੂੰ ਵੀ ਟਾਈਮ ਦਿੰਦੇ ਨਹੀਂ ਇਹ। ਅੱਛਾ ਜਵਾਬ ਲੈ ਲਈਏ, ਬਿਲਕੁਲ। ਲਾਸਟ ਪੁਆਇੰਟ ਹੈ ਸਿੱਧੂ ਸਾਹਿਬ, ਗਵਰਨਰ ਸਾਹਿਬ ਜਾ ਕੇ ਪੰਚਾਇਤਾਂ ਨਾਲ ਲੋਕਾਂ ਨਾਲ ਮੀਟਿੰਗ ਪਤਾ ਕਿਉਂ ਕਰ ਰਹੇ ਆ? ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਹੀ ਕੁਝ ਨਹੀਂ ਉੱਥੇ ਹੋ ਕੀ ਰਿਹਾ। ਤੁਹਾਨੂੰ ਯਾਦ ਹੋਊਗਾ
ਸੀਐਮ ਸਾਹਿਬ ਦਾ ਬਿਆਨ ਸੀ, ਭਗਵੰਤ ਮਾਨ ਸਾਹਿਬ ਦਾ, ਵੀ ਉਹ ਆਪਦੇ ਐਮਐਲਏ ਨੂੰ ਕਿਹਾ ਸੀਗਾ ਵੀ ਤੁਸੀਂ ਪਿੰਡਾਂ ਜਾਣਾ ਹੈ, ਲੋਕਾਂ ਨੇ ਨਹੀਂ ਤੁਹਾਡੇ ਕੋਲੇ ਆਉਣਾ। ਆਮ ਆਦਮੀ ਪਾਰਟੀ ਦੇ ਐਮਐਲਏ ਤਾਂ ਗਏ ਨਹੀਂ। ਖੜਿਆਲ ਜੀ ਹੁਣ ਗੱਲ ਆ ਗਈ ਤੁਹਾਡੀ, ਦੇਖੋ ਆਪਣੇ ਕੋਲੇ ਆਪਾਂ, ਮੇਰੀ ਮਜਬੂਰੀ ਹੈ, ਸਮੇਂ ਦੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਨੂੰ, ਆਪਾਂ ਜਵਾਬ ਲੈ ਲਈਏ। ਭੀਮਿੰਦਰ ਜੀ, ਜਿਸ ਮਾਮਲੇ ਤੇ ਖੜਿਆਲ ਜੀ ਨੇ ਕਿਹਾ, ਇਸੇ ਤਰੀਕੇ ਨਾਲ ਅਕਾਲੀ ਦਲ ਤੇ ਜਿਹੜੇ ਭਾਜਪਾ ਦੇ ਨੁਮਾਇੰਦੇ ਆ ਉਹਨਾਂ ਦੀ ਆਪਣੀ ਵੀ ਇੱਕ ਰਾਏ ਹੈਗੀ ਹੈ, ਕਿਵੇਂ ਦੇਖਦੇ ਹੋ? ਬਿਲਕੁਲ, ਮੈਂ ਖੜਿਆਲ ਸਾਹਿਬ ਦਾ ਪਹਿਲਾਂ ਤਾਂ ਜਵਾਬ ਦੇ ਰਿਹਾ ਜੀ, ਕਿਉਂਕਿ ਕਾਂਗਰਸ, ਮੈਂ ਫੇਰ ਕਹਾਂਗਾ ਕਿ ਕਾਂਗਰਸ ਦੇ ਡੁੱਬਣ ਦਾ ਕਾਰਨ ਕੀ ਹੈ? ਉਹ ਇਹੀ ਆ ਕਿ ਇਹ ਜੋ ਲੋਕਤੰਤਰ ਸਾਨੂੰ ਸਾਡੇ ਸ਼ਹੀਦਾਂ ਨੇ, ਸਾਡੇ ਗਾਂਧੀ ਜੀ ਨੇ, ਸ਼ਹੀਦ ਆਜ਼ਮ ਭਗਤ ਸਿੰਘ ਨੇ ਬੜੀਆਂ ਕੁਰਬਾਨੀਆਂ ਤੋਂ ਬਾਅਦ ਲੈ ਕੇ ਦਿੱਤਾ ਸੀਗਾ 47 ਦੇ ਪਰ ਉਹ ਇਹ ਵਿੱਚ। ਕਹਿ ਰਿਹਾ ਭੀਮਿੰਦਰ ਜੀ ਕਿ ਨਸ਼ਿਆਂ ਦੀ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਆਪ ਨੂੰ। ਨਸ਼ਿਆਂ ਦਾ ਹੋਣਾ ਦੇਖੋ ਇੱਕ ਵੱਖਰੀ ਗੱਲ ਹੈ, ਔਰ ਰਾਜਪਾਲ ਦਾ ਉੱਥੇ ਜਾ ਕੇ ਸਿਆਸਤ ਕਰਨਾ ਬਿਲਕੁਲ ਵੱਖਰੀ ਗੱਲ ਹੈ। ਇਹ ਮੈਂ ਕਹਿ ਰਿਹਾ ਕਿ ਇਹ ਨਹੀਂ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦੀ ਸਮੱਸਿਆ ਹੈਗੀ ਹੈ, ਚਾਹੇ ਉਹ ਕਾਂਗਰਸ ਦਾ ਵੇਲਾ ਹੋਵੇ, ਚਾਹੇ ਬੀਜੇਪੀ ਅਕਾਲੀ ਦਲ ਦਾ ਸਮਾਂ ਰਿਹਾ ਹੋਵੇ 10 ਸਾਲ। ਇਹ ਪਿਛਲੇ ਲੰਬੇ ਤੋਂ ਡਰੋਨ ਤਾਂ ਹੁਣ ਆਏ ਨੇ, ਮੇਰੇ ਸਾਥੀ ਜੀ ਕਹਿੰਦੇ ਸੀ ਕਿ ਡਰੋਨਾਂ ਦੇ ਰਾਹੀਂ ਆ ਰਹੀ ਹੈ। ਡਰੋਨ ਤਾਂ ਹਜੇ 2 ਸਾਲ ਪਹਿਲਾਂ ਆਏ ਨੇ, ਉਸ ਤੋਂ ਪਹਿਲਾਂ ਲਗਾਤਾਰ ਇਹ ਮੁੱਦਾ ਜਿਹੜਾ ਸੀਗਾ ਲਗਾਤਾਰ ਚੱਲਦਾ ਰਿਹਾ। ਸੋ ਇਸ ਕਰਕੇ ਆਪਣੀ ਜਿਹੜੀ ਕਮਜ਼ੋਰੀ ਹੈ ਉਹਨੂੰ ਤੁਸੀਂ ਡਰੋਨਾਂ ਦੇ ਸਿਰ ਤੇ ਨਾ ਉਹ ਕਰੋਗੇ, ਡਰੋਨਾਂ ਕਰਕੇ ਆ ਰਿਹਾ ਹੈ। ਸੋ ਨੀਤ ਸਾਫ਼ ਨਹੀਂ ਹੈ, ਬੀਜੇਪੀ ਦੀ ਨੀਤ ਸਾਫ਼ ਨਹੀਂ ਹੈ। ਉਹ ਲੋਕਤੰਤਰ ਦਾ ਗਲਾ ਘੁੱਟਣਾ ਚਾਹੁੰਦੀ ਹੈ। ਡਾਕਟਰ ਭੀਮਿੰਦਰ, ਤੁਹਾਡੀ ਗੱਲ ਆ ਗਈ ਕਿ ਕਹਿ ਕੇ ਸਟੇਟਾਂ ਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਹੈ। ਤੁਹਾਡਾ ਵਿਊ ਪੁਆਇੰਟ ਆ ਗਿਆ। ਨਾਲ ਕੀ ਹੋਏਗਾ? ਇਹਦੇ ਨਾਲ ਲੋਕਤੰਤਰ ਦਾ ਘਾਣ ਹੋਏਗਾ, ਲੋਕਤੰਤਰ ਦੀ ਹੱਤਿਆ ਹੋਏਗੀ। ਤੁਹਾਡਾ ਵਿਊ ਪੁਆਇੰਟ ਆ ਗਿਆ। ਮੋਹਨ ਸ਼ਰਮਾ ਜੀ ਤੋਂ ਮੈਂ ਲਾਸਟ ਕਮੈਂਟ ਮੋਹਨ ਸ਼ਰਮਾ ਜੀ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਮੋਹਨ ਸ਼ਰਮਾ ਜੀ। ਸਿੱਧੂ ਸਾਹਿਬ, ਮੈਂ ਇੱਕ ਗੱਲ ਕਹਿਣਾ, ਕੁਝ ਅਸੀਂ ਸੰਖੇਪ ਦੇ ਵਿੱਚ, ਸ਼ਰਮਾ ਜੀ ਸਮਾਂ ਨਹੀਂ ਹੈ, ਜਿਹੜਾ ਕੁਝ ਗੱਲਬਾਤ ਹੋਈ ਹੈ ਸੰਖੇਪ ਦੇ ਵਿੱਚ। ਸਿੱਧੂ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਨਾ? ਬਿਲਕੁਲ, ਸੰਖੇਪ ਦੇ ਵਿੱਚ ਇੱਕੋ ਗੱਲ ਮੈਂ ਸਮਝਤ ਕਰ ਰਿਹਾ ਜੀ। ਮੇਰਾ ਨਸ਼ਈਆਂ ਨਾਲ ਨੇੜੇ ਦਾ ਵਾਰ ਰਹਿੰਦਾ। ਨਸ਼ਈਆਂ ਨੂੰ ਜਦੋਂ ਮੈਂ ਪੁੱਛਦਾ ਨਾ ਵੀ ਕਿਵੇਂ ਤੁਸੀਂ ਕਿੱਥੋਂ ਲੈਂਦੇ ਹੋ ਨਸ਼ਾ, ਇਹ ਜਿਹੜੀ ਹੁਣ ਗੱਲ ਹੈ, ਮੈਂ ਸਾਰੇ ਸਿਆਸੀ ਬੰਦਿਆਂ ਨੂੰ ਮੇਰਾ ਸੁਨੇਹਾ ਹੈ ਇਹ, ਤਾਂ ਉਹ ਕਹਿੰਦੇ ਨੇ ਵੀ ਕੋਡ ਵਰਡ ਹੈ, ਜਦੋਂ ਕਿਸੇ ਤੋਂ ਨਸ਼ਾ ਅਸੀਂ ਲੈਣਾ ਹੈ, ਟੈਲੀਫੋਨ ਤੇ ਗੱਲ ਕਰਦੇ ਹਾਂ, ਤਾਂ ਉਹ ਕਹਿੰਦੇ ਨੇ ਵੀ ਕਿਹੜਾ ਲੈਣਾ ਹੈ, ਆਰ ਦਾ ਜਾਂ ਪਾਰ ਦਾ। ਹੁਣ ਜਿਹੜਾ ਆਰ ਦਾ ਮਤਲਬ ਹੈ ਉਹ ਤਾਂ ਲੋਕਲ, ਜਿਹੜਾ ਪਾਰ ਦਾ ਮਤਲਬ ਹੈ ਵੀ ਜਿਹੜਾ ਪਾਕਿਸਤਾਨ ਤੋਂ ਆਉਣਾ ਹੈ। ਬਹੁਤ ਸਾਰਾ ਕੈਮੀਕਲ ਨਸ਼ੇ ਦੇ ਨਾਲ ਪੰਜਾਬ 'ਚ ਹੀ ਨਸ਼ਾ ਤਿਆਰ ਹੋ ਰਿਹਾ। ਜਿਹੜੀ ਜਿਵੇਂ ਅੰਮ੍ਰਿਤਸਰ ਫੈਕਟਰੀ ਫੜੀ ਹੈ, ਕਿ ਉਸ ਤੇ ਫੋਕਸ ਕਿਉਂ ਨਹੀਂ ਕਰ ਰਹੇ ਵੀ ਜਿਹੜਾ ਪੰਜਾਬ 'ਚ? ਮੋਹਨ ਸ਼ਰਮਾ ਜੀ, ਬਹੁਤ ਵੱਡਾ ਸਵਾਲ ਛੱਡ ਕੇ ਜਾ ਰਹੇ ਹੋ, ਸਾਡੇ ਕੋਲੇ ਸਮਾਂ ਨਹੀਂ, ਬਹੁਤ ਵੱਡਾ ਸਵਾਲ ਹੈ, ਆਪਾਂ ਫੇਰ ਕਿਉਂ ਨਹੀਂ ਬੰਦ ਕਰਨ ਵਾਲੀ ਸੀ ਗੱਲ ਕਰਦੇ? ਜਿਹੜਾ ਬਾਰਡਰ ਤੋਂ ਆਉਂਦਾ ਉਹ ਤਾਂ ਜਾਂਦੀ ਜ਼ਿਆਦਾ ਦਿੱਲੀ ਹੈ, ਲੱਖ ਦਾ ਨਸ਼ਾ ਹੁੰਦਾ ਤੇ 10 ਲੱਖ ਦਾ ਜਾ ਕੇ ਦਿੱਲੀ ਬਣ ਜਾਂਦਾ, ਵਿਦੇਸ਼ਾਂ ਚਲਾ ਜਾਂਦਾ। ਜਿਹੜਾ ਸਾਡੇ ਇੱਥੇ ਹੀ ਕੈਮੀਕਲ ਨਾਲ ਤਿਆਰ ਹੁੰਦਾ ਚਿੱਟਾ, ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜਾ ਬਸਤੀਆਂ 'ਚ ਉਹ ਧੜਾਧੜ ਰੋਗੀਆਂ ਦੀ ਤਰ੍ਹਾਂ ਮਿਲਦੇ ਹੈ, ਅਸੀਂ ਥੋੜੇ ਕਰੀਏ, ਉਹਨੂੰ ਤਾਂ ਬੰਦ ਕਰ ਦਈਏ। ਓਕੇ, ਥੈਂਕ ਯੂ ਵੈਰੀ ਮਚ, ਥੈਂਕ ਯੂ, ਆਰ ਵਾਲਾ ਬਹੁਤ ਧੰਨਵਾਦ ਤੁਹਾਡਾ, ਧੰਨਵਾਦ ਤੁਹਾਡਾ ਜੀ। ਹਰਜੀਤ ਭੁੱਲਰ, ਜਿਹੜਾ ਸਮਾਂ ਤਾਂ ਨਹੀਂ ਆ ਪਰ ਤੁਸੀਂ ਆਪਣਾ ਕਮੈਂਟ ਜ਼ਰੂਰ ਦਿਓ, 2 ਲਾਈਨਾਂ ਦਾ ਕਮੈਂਟ, ਮਜਬੂਰੀ ਆ ਸਾਡੀ। ਮੈਂ ਸਿਰਫ ਇੱਕ ਲਾਈਨ 'ਚ ਗੱਲ ਖਤਮ ਕਰ ਦਿੰਦਾ। ਅੱਜ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਨਸ਼ੇ ਦੇ ਵਿੱਚ ਧੱਕਣ ਦੇ ਵਿੱਚ ਜਿੰਨੀ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ, ਉਨੀ ਭਾਰਤੀ ਜਨਤਾ ਪਾਰਟੀ ਵੀ ਜ਼ਿੰਮੇਵਾਰ ਹੈ। ਓਕੇ, ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ, ਤੁਹਾਡੀ ਗੱਲ ਆ ਗਈ। ਖੜਿਆਲ ਸਾਹਿਬ, 2 ਲਾਈਨਾਂ ਦਾ ਕਮੈਂਟ, ਇਸ ਮੁੱਦੇ ਦੀ ਕਿੱਦਾਂ ਜਿਹੜੀ ਹੈਗੀ ਲੜਾਈ ਲੜੀ ਜਾ ਸਕਦੀ ਹੈ? 2 ਲਾਈਨਾਂ। ਦੇਖੋ, ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਜੇ ਨੀਅਤ ਹੋਵੇ ਤੇ ਸਭ ਕੁਝ ਸੰਭਵ ਹੈ। ਜੇ 10 ਮਹੀਨਿਆਂ ਦੇ ਵਿੱਚ ਇਹਨਾਂ ਤੋਂ ਨਸ਼ੇ ਦੀ ਪ੍ਰੋਬਲਮ ਟੈਕਲ ਨਹੀਂ ਹੋਈ ਤਾਂ ਮਤਲਬ ਨੀਅਤ ਨਹੀਂ ਸੀ ਟੈਕਲ ਕਰਨ ਦੀ, ਜਿਹਦੇ ਕਰਕੇ ਅੱਜ ਪੰਜਾਬ ਨਸ਼ੇ ਦੇ ਜਾਲ 'ਚ ਫਸ ਗਿਆ। ਤੇ ਸੋਲੂਸ਼ਨ ਦੀ ਗੱਲ ਨਹੀਂ ਕਰਦੇ, ਇਹ ਤਾਂ ਬਹਾਨਿਆਂ ਦੀ ਗੱਲਾਂ ਕਰਦੇ। ਤੇ 4 ਸਾਲ ਅਗਲੇ ਮੈਨੂੰ ਲੱਗਦਾ ਪੰਜਾਬ ਲਈ ਬਹੁਤ ਮਾੜਾ ਟਾਈਮ ਹੋਊਗਾ। ਓਕੇ, ਚੱਲੀ ਗਿਆ ਵਾਲੇ ਖੜਿਆਲ ਜੀ, ਥੈਂਕ ਯੂ ਵੈਰੀ ਮਚ। ਡਾਕਟਰ ਭੀਮਿੰਦਰ, ਇੱਕ ਸਵਾਲ ਆਇਆ ਸੀਗਾ ਕਿ ਜਦੋਂ ਪੰਜਾਬ ਵਿਧਾਨ ਸਭਾ ਦਾ, ਕਿ ਪੰਜਾਬ ਵਿਧਾਨ ਸਭਾ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਪਤਾ ਸਾਰਿਆਂ ਨੇ ਨਵੇਂ ਸਾਲ 'ਚ ਸੈਸ਼ਨ ਹੋਏਗਾ ਹੀ ਹੋਏਗਾ, ਇਸ ਮੁੱਦੇ ਤੇ ਚਰਚਾ ਹੋ ਸਕਦੀ ਹੈ ਕਿ ਕਿਵੇਂ ਟਾਕਰਾ ਕੀਤਾ ਜਾ ਸਕਦਾ ਹੈ ਸੰਖੇਪ ਦੇ ਵਿੱਚ? ਬਿਲਕੁਲ ਬਿਲਕੁਲ ਬਿਲਕੁਲ, ਮੈਂ ਇਹੀ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਵਾਹਿਦ ਇੱਕ ਐਸੀ ਪਾਰਟੀ ਹੈ ਜਿਹੜੀ ਨਸ਼ੇ ਦੇ ਉੱਤੇ ਬਹੁਤ ਜ਼ਿਆਦਾ ਗੰਭੀਰ ਹੈ, ਔਰ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਕੋਸ਼ਿਸ਼ ਹੈ ਕਿ ਇਸ ਨੂੰ, ਕਿਉਂਕਿ ਜੜ੍ਹਾਂ ਇੰਨੀਆਂ ਡੂੰਘੀਆਂ ਨੇ, ਇਹਨਾਂ ਵੱਖ-ਵੱਖ ਸਰਕਾਰਾਂ ਨੇ ਨਸ਼ੇ ਦਾ ਜਿਹੜਾ ਹੈਗਾ ਫੈਲਾਅ ਇੰਨਾ ਕੀਤਾ ਹੋਇਆ ਹੈ ਕਿ ਉਹਨੂੰ ਕੰਟਰੋਲ ਕਰ ਪਾਉਣਾ ਇਹਨਾਂ 10 ਮਹੀਨਿਆਂ ਦੇ ਵਿੱਚ ਬਹੁਤ ਔਖਾ ਹੈ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤਨਦੇਹੀ ਦੇ ਨਾਲ
ਮਾਨ ਸਾਹਿਬ ਦੀ ਰਹਿਨੁਮਾਈ ਦੇ ਹੇਠ ਵਿਧਾਨ ਸਭਾ ਦੇ ਵਿੱਚ ਚਰਚਾ ਵੀ ਬਹੁਤ ਹੋਏਗੀ, ਮਿਹਰਬਾਨੀ। ਗੱਲ ਵੀ ਹੋਏਗੀ, ਕੱਲੀਆਂ ਗੱਲਾਂ ਨਹੀਂ ਹੋਣਗੀਆਂ। ਇਹਨੂੰ ਪ੍ਰੈਕਟੀਕਲੀ ਤੌਰ ਤੇ ਜਿਹੜਾ ਹੈਗਾ ਖਤਮ ਬਹੁਤ ਕਰਨ ਦੀ ਮਿਹਰਬਾਨੀ। ਕੋਸ਼ਿਸ਼ ਥੈਂਕ ਯੂ ਕੀਤੀ ਵੈਰੀ ਮਚ, ਜਾਏਗੀ। ਥੈਂਕ ਯੂ ਵੈਰੀ ਮਚ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਦੇ ਗਵਰਨਰ ਜਿਸ ਤਰੀਕੇ ਨਾਲ 2 ਦਿਨਾਂ ਦਾ ਬਾਰਡਰ ਦਾ ਦੌਰਾ ਹੈ ਔਰ ਵੱਡਾ ਮੁੱਦਾ ਨਸ਼ਿਆਂ ਦਾ ਕਿ ਕਿਸ ਤਰੀਕੇ ਨਾਲ ਦੁਕਾਨਾਂ ਤੇ ਵਿਕ ਰਿਹਾ ਹੈ, ਸਕੂਲਾਂ 'ਚ ਮਿਲ ਰਿਹਾ ਹੈ, ਕਿ ਗਵਰਨਰ ਦਾ ਦੌਰਾ ਕਿਸੇ ਰਾਜਸੀ ਨਜ਼ਰੀਏ ਤੋਂ ਵੀ ਦੇਖਣ ਦੀ ਜ਼ਰੂਰਤ ਹੈ। ਫੈਡਰਲ ਸਿਸਟਮ 'ਚ ਮੁੱਖ ਮੰਤਰੀ ਦੇ ਹੁੰਦਿਆਂ ਕਿਵੇਂ ਗਵਰਨਰ ਜਿਹੜਾ ਹੈਗਾ ਸੂਬੇ ਦੇ ਦੌਰੇ ਤੇ ਜਾਂਦੇ ਆ। ਜੇ ਨਸ਼ਿਆਂ ਦਾ ਮੁੱਦਾ ਹੈ ਤਾਂ ਗਵਰਨਰ ਦੇ ਫੈਡਰਲ ਸਿਸਟਮ ਨੂੰ ਲੈ ਕੇ ਵੀ ਸਵਾਲ ਹੈ। ਇਹਨਾਂ ਮੁੱਦਿਆਂ ਦੇ ਨਜ਼ਰੀਆ ਆਪਣਾ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਹਾਂ ਤੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।